दोस्तों स्वागत है जी एक बार फिर ਤੁਹਾਡੇ ਆਪਣੇ YouTube ਚੈਨਲ ਪੀ ਸਟਾਰਟ ਸਟੱਡੀ ਨੋਟਸ ਉੱਪਰ ਜੀ। ਸੋ ਪੀ ਸਟਾਰਟ 1 ਔਰ 2 ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਸਾਡੀ ਜਿਹੜੀ ਹੈ CDP ਦੀ ਕਲਾਸ ਹੋਊਗੀ ਜੀ ਕੁਇਕ ਰਿਵੀਜ਼ਨ ਦੀ, ਜਿਸ ਦੇ ਵਿੱਚ ਆਪਾਂ ਫਸਟ 5 ਜਿਹੜੇ ਚੈਪਟਰ ਨੇ ਬਹੁਤ ਹੀ ਇੰਪੋਰਟੈਂਟ ਚੈਪਟਰ ਨੇ। ਕਨਸੈਪਟ ਆਫ ਡਿਵੈਲਪਮੈਂਟ ਐਂਡ ਇਟਸ ਰਿਲੇਸ਼ਨਸ਼ਿਪ ਵਿਦ ਲਰਨਿੰਗ, ਪ੍ਰਿੰਸੀਪਲ ਆਫ ਡਿਵੈਲਪਮੈਂਟ ਆਫ ਚਿਲਡਰਨ, ਇਨਫਲੂਐਂਸ ਆਫ ਹੈਰੀਡਿਟੀ ਐਂਡ ਇਨਵਾਇਰਮੈਂਟ, ਵਾਤਾਵਰਨ ਤੇ ਵੰਸ਼ ਦਾ ਜਿਹੜਾ ਪ੍ਰਭਾਵ ਹੈ, ਔਰ ਪਿਆਜੇ, ਕੋਲਬਰਗ, ਵੈਗੋਸਟਕੀ, ਔਰ ਕਨਸੈਪਟ ਆਫ ਚਾਈਲਡ ਸੈਂਟਰ ਐਂਡ ਪ੍ਰੋਗਰੈਸਿਵ ਐਜੂਕੇਸ਼ਨ। ਸੋ ਇਹ ਟੌਪਿਕ ਹੋਣਗੇ ਜਿਨ੍ਹਾਂ ਦੀ ਆਪਾਂ ਕੁਇਕ ਰਿਵੀਜ਼ਨ ਕਰਾਂਗੇ। ਨਵੇਂ ਵਿਦਿਆਰਥੀ ਇਸ ਤੋਂ ਪਹਿਲਾਂ ਕਾਫੀ ਜ਼ਿਆਦਾ ਵੀਡੀਓ ਨੇ, ਕਾਫੀ ਹੈਲਪਫੁਲ ਨੇ PSTET ਦੀ ਪ੍ਰੈਪਰੇਸ਼ਨ ਦੇ ਲਈ। ਸੋ ਉਹ ਤੁਸੀਂ ਦੇਖ ਸਕਦੇ ਹੋ ਜੀ, ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਮਿਲ ਜੂਗਾ, ਜਿਸ ਦੀ ਹੈਲਪ ਦੇ ਨਾਲ ਤੁਸੀਂ ਤਿਆਰੀ ਜਿਹੜੀ ਉਹ ਕਰ ਸਕਦੇ ਹੋ। ਉਮੀਦ ਹੈ ਕਿ ਹੈਲਪਫੁਲ ਰਹੇਗੀ ਇਹ ਵੀ ਵੀਡੀਓ, ਕਾਫੀ ਕੁਝ ਸਿੱਖਣ ਨੂੰ ਮਿਲੇਗਾ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ ਫ਼ਰਕ ਕੀ ਹੈ। ਗਰੋਥ ਦਾ ਮਤਲਬ ਹੈ ਕਿ ਸਰੀਰ ਦੇ ਭਾਰ ਦੇ ਵਿੱਚ, ਲੰਬਾਈ ਦੇ ਵਿੱਚ ਜਿਹੜਾ ਵਾਧਾ ਹੁੰਦਾ ਹੈ। ਸੋ ਸਰੀਰਕ ਅੰਗਾਂ ਦੇ ਜਿਹੜਾ ਵਿਕਾਸ ਹੁੰਦਾ ਉਸ ਨੂੰ ਜਿਹੜਾ ਹੈ ਗਰੋਥ ਕਹਿੰਦੇ ਨੇ। ਔਰ ਡਿਵੈਲਪਮੈਂਟ ਵਿਕਾਸ ਜਿਹੜਾ ਸਕਿੱਲ ਦੇ ਵਿੱਚ, ਗੁਣਾਂ ਦੇ ਵਿੱਚ ਵਾਧਾ ਹੁੰਦਾ, ਕੁਆਲਿਟੀ ਦੇ ਵਿੱਚ ਜਿਹੜਾ ਵਾਧਾ ਹੁੰਦਾ ਉਹਨੂੰ ਜਿਹੜਾ ਹੈ ਵਿਕਾਸ ਕਹਿੰਦੇ ਨੇ, ਡਿਵੈਲਪਮੈਂਟ ਕਹਿੰਦੇ ਨੇ। ਸਭ ਤੋਂ ਪਹਿਲਾਂ ਕੁਐਸਚਨ ਆਪਾਂ ਧਿਆਨ ਨਾਲ ਪੜ੍ਹਨਾ, ਜਦੋਂ ਵੀ ਐਗਜ਼ਾਮ 'ਚ ਬੈਠਣਾ ਪੁੱਛਿਆ ਕੀ ਹੈ, ਵਿਕਾਸ ਦੀ ਗੱਲ ਹੋ ਰਹੀ ਹੈ ਤਾਂ ਵਿਕਾਸ ਦੇ ਲਈ ਜਿਹੜਾ ਇਹਦੇ ਵਿੱਚੋਂ ਆਨਸਰ ਰਹੇਗਾ ਵਿਕਾਸ ਕੀ ਹੈ। ਵਿਕਾਸ A ਅਤੇ B ਦੋਨੋਂ ਹੈ, ਬੋਥ ਹੈ ਜੀ। ਮਾਤਰਾਤਮਕ ਵੀ ਹੈ ਅਤੇ ਗੁਣਾਤਮਕ ਵੀ ਹੈ। ਗੁਣਾਂ ਵਿੱਚ ਵੀ ਵਾਧਾ ਹੁੰਦਾ ਡਿਵੈਲਪਮੈਂਟ। ਸੋ ਡਿਵੈਲਪਮੈਂਟ ਇੱਕ ਬਹੁਤ ਵੱਡਾ ਸਰਕਲ ਹੈ ਜਿਸ ਦੇ ਅੰਦਰ ਗਰੋਥ ਆ ਜਾਂਦੀ ਹੈ ਜੀ। ਸੋ ਜਿਹੜਾ ਵਾਧਾ ਹੈ ਉਹ ਵਿਕਾਸ ਦੇ ਵਿੱਚ ਹੀ ਆ ਜਾਂਦਾ। ਸੋ ਇਹ ਜਿਹੜਾ ਹੈ ਆਪਣੀ ਗਰੋਥ ਹੈ, ਔਰ ਇਹ ਜਿਹੜਾ ਵੱਡਾ ਸਰਕਲ ਹੈ ਉਹ ਵਿਕਾਸ ਦਾ ਹੈ। ਸੋ ਵਿਕਾਸ ਜਿਹੜਾ ਹੈ ਮਾਤਰਾਤਮਕ, ਕੁਆਲਿਟੀ ਵੀ ਹੁੰਦਾ ਅਤੇ ਕੁਆਂਟੀਟੀ ਵੀ ਹੁੰਦਾ ਹੈ ਜੀ। ਔਰ ਜੇਕਰ ਇੱਥੇ ਪੁੱਛਿਆ ਜਾਏ ਕਿ ਗਰੋਥ ਕੀ ਹੈ ਤਾਂ ਗਰੋਥ ਸਿਰਫ ਜਿਹੜਾ ਹੈ ਮਾਤਰਾਤਮਕ ਹੁੰਦਾ, ਮਾਤਰਾ ਦੇ ਵਿੱਚ, ਭਾਰ, ਲੰਬਾਈ ਆਦਿ ਦੇ ਵਿੱਚ ਜਿਹੜਾ ਵਾਧਾ ਹੈ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 2, ਇਹਨਾਂ ਵਿੱਚੋਂ ਕਿਹੜਾ ਇੱਕ ਗਰੁੱਪ ਬਚਪਨ ਦੇ ਆਰੰਭਕ ਦੌਰ ਵਿੱਚ ਭੂਮਿਕਾਵਾਂ, ਰੋਲ ਅਤੇ ਵਿਵਹਾਰਾਂ ਬਾਰੇ ਜਾਣਕਾਰੀ ਜਿਹੜਾ ਪ੍ਰਦਾਨ ਕਰਦਾ। ਸੋ ਸਾਡੀ ਰੋਲ ਕੀ ਹੋਊਗਾ, ਭੂਮਿਕਾ ਕੀ ਹੋਊਗੀ, ਬਿਹੇਵੀਅਰ ਕਿਹੋ ਜਿਹਾ ਹੋਣਾ ਚਾਹੀਦਾ, ਇਹਦੀ ਜਾਣਕਾਰੀ ਪ੍ਰਦਾਨ ਸਾਨੂੰ ਕੌਣ ਕਰਦਾ ਹੈ? ਮਾਤਾ ਪਿਤਾ ਅਤੇ ਸਾਡੇ ਭੈਣ ਭਰਾ ਜੀ। ਆਪਸ਼ਨ D ਸਹੀ ਆਨਸਰ ਹੋਊਗਾ। ਅੱਗੇ ਜੀ ਵਿਕਾਸ ਦੀ ਰਫ਼ਤਾਰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੱਖਰੀ ਹੁੰਦੀ ਹੈ, ਪਰ ਇਹ ਪੈਟਰਨ ਦੀ ਪਾਲਣਾ ਕਰਦੀ ਹੈ। ਸੋ ਇੱਕ ਪੈਟਰਨ ਦੇ ਵਿੱਚ ਹੁੰਦੀ ਹੈ ਜਿਸ ਨੂੰ ਇੱਕ ਕ੍ਰਮਵਾਰ ਅਤੇ ਤਰਤੀਬਵਾਰ ਕਹਿੰਦੇ ਨੇ ਜੀ। ਕਰਮ ਦਾ ਸਿਧਾਂਤ ਜਿਸ ਨੂੰ ਕਿਹਾ ਜਾਂਦਾ। ਹਰੇਕ ਬੱਚੇ ਦਾ, ਚਾਹੇ ਉਹ ਪਸ਼ੂ ਪੰਛੀ ਹੈ, ਉਹਦੀ ਜਿਹੜੀ ਡਿਵੈਲਪਮੈਂਟ ਹੁੰਦੀ ਇੱਕ ਪੈਟਰਨ ਦੇ ਵਿੱਚ ਹੁੰਦੀ ਹੈ। ਜਿਵੇਂ ਹਰੇਕ ਬੱਚਾ ਜਿਹੜਾ ਪਹਿਲਾਂ ਰਿੜਨਾ ਸਿੱਖੂਗਾ, ਪਹਿਲਾਂ ਉਹਦਾ ਸਿਰ ਖੜਾਉਣਾ ਸਿੱਖੂਗਾ, ਹੈ ਨਾ, ਉਸ ਤੋਂ ਬਾਅਦ ਰਿੜਨਾ ਸਿੱਖੂਗਾ, ਤੁਰਨਾ ਸਿੱਖੂਗਾ, ਬਚਪਨ ਹੋਊਗਾ, ਫਿਰ ਕਿਸ਼ੋਰ ਅਵਸਥਾ ਹੋਊਗੀ, ਬਾਲਗ ਅਵਸਥਾ ਹੋਊਗੀ, ਬੁਢਾਪਾ ਹੋਊਗੀ। ਇਹ ਸਾਰਿਆਂ ਦੀ ਇੱਕ ਤਰਤੀਬ ਹੈ, ਕਰਮ ਹੈ। ਕਿਸੇ ਦਾ ਪਹਿਲਾਂ ਹੋ ਸਕਦਾ, ਕਿਸੇ ਦਾ ਜਲਦੀ ਹੋ ਸਕਦਾ, ਕੋਈ ਪਹਿਲਾਂ ਤੁਰਨਾ ਸਿੱਖ ਸਕਦਾ, ਕੋਈ ਦੇਰੀ ਨਾਲ ਸਿੱਖ ਸਕਦਾ, ਪਰ ਕਰਮ ਜਿਹੜਾ ਹੈ, ਪੈਟਰਨ ਜਿਹੜਾ ਹੈ ਉਹ ਸਾਰਿਆਂ ਦਾ ਹੈ। ਵਾਧੇ ਤੋਂ ਕੀ ਭਾਵ ਹੈ, ਹੁਣੇ ਕਰ ਚੁੱਕੇ ਆਪਾਂ ਕਿ ਮਾਪ ਨਾਲ ਸੰਬੰਧਿਤ ਤਬਦੀਲੀ, ਲੰਬਾਈ, ਭਾਰ ਆਦਿ ਦੇ ਵਿੱਚ ਜਿਹਨੂੰ ਤੋਲਿਆ, ਗਿਣਿਆ, ਮਿਣਿਆ ਜਾ ਸਕਦਾ। ਸੋ ਉਸ ਦੇ ਨਾਲ ਜਿਹੜੀ ਤਬਦੀਲੀ ਹੈ ਉਸ ਨੂੰ ਗਰੋਥ ਕਹਿੰਦੇ ਨੇ, ਵਾਧਾ ਕਹਿੰਦੇ ਨੇ ਜੀ। ਇਹਨਾਂ ਵਿੱਚੋਂ ਵਿਕਾਸ ਸੰਬੰਧੀ ਕਿਹੜਾ ਕਥਨ ਸਹੀ ਹੈ? ਤਾਂ ਇਸ ਦੇ ਵਿੱਚੋਂ ਆਪਸ਼ਨ D ਸਹੀ ਹੋਏਗਾ ਜੀ। ਸਮਾਜਿਕ ਸੱਭਿਆਚਾਰ ਸੰਦਰਭ ਵਿੱਚ ਜਿਹੜਾ ਵਿਕਾਸ, ਇੱਕ ਜਿਹੜਾ ਸਾਡਾ ਸਮਾਜਿਕ ਅਤੇ ਸੱਭਿਆਚਾਰ ਹੈ ਉਹ ਵਿਕਾਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ। ਕਾਫੀ ਕੁਝ ਸਾਨੂੰ ਸਮਾਜ ਤੋਂ ਮਿਲਦਾ, ਕਾਫੀ ਕੁਝ ਸਾਨੂੰ ਸਾਡੇ ਕਲਚਰ ਤੋਂ, ਸੱਭਿਆਚਾਰ ਤੋਂ ਮਿਲਦਾ। ਮਹੱਤਵਪੂਰਨ ਭੂਮਿਕਾ ਹੁੰਦੀ ਹੈ ਡਿਵੈਲਪਮੈਂਟ ਦੇ ਵਿੱਚ ਸਮਾਜਿਕ ਸੱਭਿਆਚਾਰ ਦੀ। ਕੁਐਸਚਨ ਨੰਬਰ 6 ਹੈ ਜੀ, ਵਿਕਾਸ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ। ਇਹ ਵਿਚਾਰ ਨਾਲ ਜੁੜਿਆ ਹੋਇਆ ਹੈ। ਕਿਸ ਦੇ ਨਾਲ ਜੁੜਿਆ ਹੋਇਆ ਜੀ? ਨਿਰੰਤਰਤਾ ਦੇ ਸਿਧਾਂਤ ਦੇ ਨਾਲ। ਜਿਹੜਾ ਵਿਕਾਸ ਹੈ, ਡਿਵੈਲਪਮੈਂਟ ਹੈ, ਉਹ ਕੰਟੀਨਿਊਸ ਰਹਿੰਦੀ ਹੈ ਜੀ, ਸਾਡੇ ਗਰਭ ਅਵਸਥਾ ਤੋਂ ਲੈ ਕੇ ਸਾਡੇ ਮਰਨ ਤੱਕ ਜੀ। ਡਿਵੈਲਪਮੈਂਟ ਜਿਹੜੀ ਹੈ, ਵਿਕਾਸ ਹੈ, ਉਹ ਚੱਲਦਾ ਰਹਿੰਦਾ, ਜਿਹਨੂੰ ਨਿਰੰਤਰਤਾ ਦਾ ਜਿਹੜਾ ਹੈ ਸਿਧਾਂਤ ਕਿਹਾ ਜਾਂਦਾ ਹੈ। ਔਰ ਗਰੋਥ ਕਿਤੇ ਨਾ ਕਿਤੇ ਜਾ ਕੇ ਜਿਹੜੀ ਹੈ ਉਹ ਰੁਕ ਜਾਂਦੀ ਹੈ, ਇੱਕ ਉਮਰ 'ਤੇ ਜਾ ਕੇ ਸਾਡਾ ਕੱਦ ਵਧਣਾ ਰੁਕ ਜਾਂਦਾ। ਸੋ ਗਰੋਥ ਰੁਕ ਜਾਂਦੀ ਹੈ। ਵਿਕਾਸ ਕਦੇ ਨਾ ਖਤਮ ਹੋਣ ਵਾਲੀ ਇੱਕ ਨਿਰੰਤਰ ਪ੍ਰਕਿਰਿਆ। ਬੁੱਧੀ ਅਤੇ ਵਿਕਾਸ ਕੀ ਨੇ ਜੀ? ਇੱਕ ਦੂਜੇ ਦੇ ਪੂਰਕ ਨੇ। ਸੋ ਇੱਕ ਦੂਜੇ ਦੇ ਵਿਰੋਧੀ ਨਹੀਂ ਹੋ ਸਕਦੇ ਬੁੱਧੀ ਅਤੇ ਵਿਕਾਸ। ਅੱਛਾ ਵਿਕਾਸ ਹੋਏਗਾ ਤਾਂ ਬੁੱਧੀ 'ਤੇ ਵੀ ਉਹਦਾ ਜਿਹੜਾ ਪ੍ਰਭਾਵ ਪਵੇਗਾ, ਔਰ ਅੱਛੀ ਬੁੱਧੀ ਹੋਏਗੀ ਤਾਂ ਅੱਛਾ ਜਿਹੜਾ ਡਿਵੈਲਪਮੈਂਟ ਹੋਏਗੀ। ਸੋ ਇੱਕ ਦੂਜੇ ਦੇ ਦੋਵੇਂ ਪੂਰਕ ਨੇ, ਇੱਕ ਦੂਜੇ ਨੂੰ ਦੋਵੇਂ ਪੂਰਾ ਕਰਦੇ ਨੇ। 8ਵਾਂ ਕੁਐਸਚਨ ਹੈ ਜੀ, ਬੱਚਾ ਪਹਿਲਾਂ ਛੋਟੇ ਛੋਟੇ ਸ਼ਬਦ ਬੋਲਣੇ ਸਿੱਖਦਾ, ਫਿਰ ਵਾਕ, ਫਿਰ ਪੈਰਾ ਆਦਿ। ਇਸ ਦਾ ਕੀ ਮਤਲਬ ਹੈ? ਤਾਂ ਇਸ ਦਾ ਜਿਹੜਾ ਮਤਲਬ ਹੈ ਕਿ ਵਿਕਾਸ ਜਿਹੜਾ ਹੈ ਆਮ ਤੋਂ ਖਾਸ ਵੱਲ ਹੁੰਦਾ ਹੈ। ਸੋ ਆਮ ਤੋਂ ਖਾਸ
ਵੱਲ ਇੱਕ ਦਿਸ਼ਾ ਦਾ ਸਿਧਾਂਤ ਹੈ, ਆਮ ਤੋਂ ਖਾਸ ਜੀ। ਅੱਗੇ ਹੈ ਜੀ ਵਿਕਾਸ ਸੰਬੰਧੀ ਕਿਹੜਾ ਕਥਨ ਗਲਤ ਹੈ ਇਹਦੇ ਵਿੱਚੋਂ, ਤਾਂ ਇਹਦੇ 'ਚੋਂ ਜਿਹੜਾ ਹੈ ਗਲਤ ਹੈ ਕਿ ਵਿਕਾਸ ਜਿਹੜਾ ਹਮੇਸ਼ਾ ਅੱਗੇ ਨੂੰ ਨਹੀਂ ਜਾਂਦਾ ਜੀ। ਇੱਕ ਲਾਈਨ 'ਤੇ ਵਿਕਾਸ ਨਹੀਂ ਹੁੰਦਾ, ਜਦ ਕਿ ਕੁੰਡਲਦਾਰ ਹੁੰਦਾ ਜੀ ਵਿਕਾਸ। ਕਿਤੇ ਨਾ ਕਿਤੇ ਕੁਛ ਨਾ ਕੁਛ ਸਾਨੂੰ ਪਰਿਪੱਕ ਹੋਣ ਲਈ ਵਿਕਾਸ ਨੂੰ, ਡਿਵੈਲਪਮੈਂਟ ਨੂੰ ਸਥਾਈ ਕਰਨ ਦੇ ਲਈ ਕਈ ਵਾਰੀ ਪਿੱਛੇ ਵੀ ਹਟਣਾ ਪੈਂਦਾ। ਸੋ ਇੱਕ ਕੁੰਡਲਦਾਰ ਰੂਪ ਦੇ ਵਿੱਚ ਜਿਹੜਾ ਵਿਕਾਸ ਅੱਗੇ ਵੱਧਦਾ ਹੈ ਜੀ। 10ਵਾਂ ਕੁਐਸਚਨ ਹੈ ਜੀ ਵਿਕਾਸ ਇੱਕ ਨਿਸ਼ਚਿਤ ਸੰਯੋਗੀ ਅਤੇ ਲਗਾਤਾਰ ਤਬਦੀਲੀ ਦਾ ਸਿਲਸਿਲਾ ਹੈ ਜੋ ਪਰਿਪੱਕਤਾ ਦੇ ਲਕਸ਼ ਵੱਲ ਲੈ ਕੇ ਜਾਂਦਾ ਹੈ। ਕਥਨ ਕਿਸ ਦਾ ਹੈ, ਤਾਂ ਇਹ ਕਥਨ ਹੈ ਜੀ ਹਰਲਾਕ ਦਾ। ਨੈਕਸਟ ਆਪਣਾ ਕੁਐਸਚਨ ਹੈ ਜੀ ਹਰੇਕ ਸੰਜੀਵ ਚਾਹੇ ਉਹ ਮਨੁੱਖ, ਪਸ਼ੂ, ਪੰਛੀ, ਜਾਨਵਰ, ਪੌਦੇ ਆਦਿ ਕੋਈ ਵੀ ਹੋਵੇ, ਉਸ ਦਾ ਵਿਕਾਸ ਜ਼ਰੂਰ ਹੁੰਦਾ ਹੈ। ਸੋ ਮਨੁੱਖ ਦਾ ਵੀ ਵਿਕਾਸ ਹੁੰਦਾ ਹੈ, ਪਸ਼ੂ ਦਾ ਵੀ, ਪੰਛੀਆਂ ਦਾ ਵੀ, ਜਾਨਵਰਾਂ ਦਾ ਵੀ, ਔਰ ਇਸ ਨੂੰ ਕਹਿੰਦੇ ਨੇ ਜੀ ਵਿਕਾਸ ਸਰਵ ਵਿਆਪੀ ਹੈ, ਯੂਨੀਵਰਸਲ ਹੈ, ਵਿਕਾਸ ਸਭ ਦਾ ਹੁੰਦਾ ਹੈ। ਨੈਕਸਟ ਹੈ ਜੀ ਵਿਕਾਸ ਅੰਦਰੂਨੀ ਅਤੇ ਬਾਹਰੀ ਕਾਰਨਾਂ ਕਰਕੇ ਵਿਅਕਤੀ ਵਿੱਚ ਤਬਦੀਲੀ ਹੈ। ਸੋ ਅੰਦਰੂਨੀ ਕਾਰਨ ਮਨੁੱਖ ਦੇ ਆਪਦੇ, ਔਰ ਬਾਹਰੀ ਕਾਰਨ ਵਾਤਾਵਰਨ ਜੀ, ਔਰ ਬੀ ਅਰਸਤੂ ਨੇ ਇਹ ਸ਼ਬਦ ਜਿਹੜੇ ਨੇ ਕਹੇ ਨੇ ਜੀ। ਨੈਕਸਟ ਹੈ ਜੀ ਮੁੱਖ ਤੌਰ 'ਤੇ ਸੰਕਲਪਾਂ ਜਿਹੜੇ ਕਨਸੈਪਟ ਨੇ, ਕਨਸੈਪਟ ਦਾ ਵਿਕਾਸ ਜਿਹੜਾ ਹੈ ਕਿਸ ਦਾ ਹਿੱਸਾ ਹੈ, ਬੌਧਿਕ ਵਿਕਾਸ ਦੇ, ਬੁੱਧੀ ਦੇ ਵਿਕਾਸ ਦਾ ਹਿੱਸਾ ਹੈ ਜੀ। 14 ਨੰਬਰ ਕੁਐਸਚਨ ਹੈ ਜੀ ਮਨੋਵਿਗਿਆਨ ਅਨੁਸਾਰ ਬੱਚੇ ਦੇ ਵਿਕਾਸ ਦਾ ਕਿਹੜਾ ਪੜਾਅ ਸਭ ਤੋਂ ਗੁੰਝਲਦਾਰ ਹੈ, ਤਾਂ ਸਭ ਤੋਂ ਗੁੰਝਲਦਾਰ ਆਪਾਂ ਨੂੰ ਪਤਾ ਹੈ ਕਿ ਕਿਸ਼ੋਰ ਅਵਸਥਾ ਜੀ, ਕਿਸ਼ੋਰ ਉਮਰ ਹੈ। ਸੋ ਵੱਖ-ਵੱਖ ਸਟੇਜਿਸ ਦੇ ਨਾਲ ਵੀ ਆਪਾਂ ਅੱਗੇ ਜਿਹੜੇ ਕੁਐਸਚਨ ਨੇ ਉਹ ਰਿਲੇਟਡ ਨੇ ਜਿਹੜੇ ਉਹ ਕਰਾਂਗੇ ਜੀ। ਅੱਗੇ ਹੈ ਜੀ 15 ਨੰਬਰ ਕੁਐਸਚਨ ਵਿਕਾਸ ਦੀ ਪ੍ਰਕਿਰਿਆ ਬੱਚੇ ਦੇ ਗਰਭ ਅਵਸਥਾ ਤੋਂ ਲੈ ਕੇ ਬੱਚੇ ਦੇ ਜੀਵਨ ਤੱਕ ਇੱਕ ਕ੍ਰਮ ਵਿੱਚ ਜਾਰੀ ਰਹਿੰਦੀ ਹੈ। ਸੋ ਇੱਕ ਕ੍ਰਮ ਦੇ ਵਿੱਚ ਚੱਲਦੀ ਹੈ ਅਤੇ ਹਰੇਕ ਪੜਾਅ ਦਾ ਦੂਜੇ ਪੜਾਅ 'ਤੇ ਪ੍ਰਭਾਵ ਪੈਂਦਾ, ਯਾਨੀ ਕਿ ਜਿਹਦਾ ਬਚਪਨ ਵਧੀਆ ਅੱਗੇ ਉਹਦੀ ਕਿਸ਼ੋਰ ਅਵਸਥਾ ਵੀ ਵਧੀਆ ਹੋਊਗੀ, ਬਾਲ ਅਵਸਥਾ ਵੀ ਵਧੀਆ ਹੋਊਗੀ, ਬਚਪਨ ਵੀ ਵਧੀਆ ਹੋਊਗਾ। ਸੋ ਅੱਗੇ ਜਿਹੜਾ ਹੈ ਬੁਢਾਪਾ ਵੀ ਵਧੀਆ ਹੋਊਗਾ। ਸੋ ਪੜਾਅ ਦਾ ਪ੍ਰਭਾਵ ਦੂਜੇ ਪੜਾਅ 'ਤੇ ਪ੍ਰਭਾਵ ਪੈਂਦਾ। ਕਥਨ ਕਿਸ ਦਾ ਹੈ, ਡਾਕਟਰ ਹਰਲਾਕ ਦਾ, ਜਿਹੜੀ ਕਹਿੰਦੀ ਹੈ ਕਿ ਜਿਹੜਾ ਸ਼ਿਸ਼ੂ ਕਾਲ ਹੈ ਬੱਚੇ ਦਾ ਉਹ ਖਤਰਨਾਕ ਕਾਲ ਉਸ ਨੂੰ ਦੱਸਦੀ ਹੈ। ਵਿਕਾਸ ਸ਼ੁਰੂ ਹੁੰਦਾ ਹੈ ਜਨਮ ਦੇ ਪਹਿਲੇ ਪੜਾਅ ਤੋਂ ਜੀ, ਗਰਭ ਅਵਸਥਾ ਤੋਂ ਹੀ ਡਿਵੈਲਪਮੈਂਟ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। ਨੈਕਸਟ ਹੈ ਜੀ ਇੱਕ ਬੱਚੇ ਦੇ ਵਾਧੇ ਅਤੇ ਵਿਕਾਸ ਦਾ ਅਧਿਐਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ, ਤੁਲਨਾਤਮਕ ਵਿਧੀ ਜੀ, ਕੰਪੈਰੀਜ਼ਨ ਮੈਥਡ। ਕੁਐਸਚਨ ਨੰਬਰ 18 ਹੈ ਜੀ ਮਨੁੱਖੀ ਵਿਕਾਸ ਨੂੰ ਕਿਹੜੇ ਖੇਤਰਾਂ ਵਿੱਚ ਵੰਡਿਆ ਗਿਆ ਹੈ, ਤਾਂ ਮਨੁੱਖੀ ਵਿਕਾਸ ਨੂੰ ਜਿਹੜਾ ਆਪਸ਼ਨ ਸੀ ਸਹੀ ਆਨਸਰ ਹੋ ਜਾਏਗੀ, ਮਨੋਵਿਗਿਆਨਿਕ, ਬੌਧਾਤਮਕ ਅਤੇ ਭਾਵਾਤਮਕ ਅਤੇ ਸਰੀਰਕ। ਸੋ ਇਸ ਦੇ ਵਿੱਚ ਜਿਹੜਾ ਵੰਡਿਆ ਗਿਆ। ਵਿਕਾਸ ਉਪਜ ਹੈ ਵੰਸ਼ ਅਤੇ ਵਾਤਾਵਰਨ ਦੋਨਾਂ ਦੀ ਉਪਜ ਹੈ ਜੀ, ਹੈਰੀਡਿਟੀ ਅਤੇ ਇਨਵਾਇਰਮੈਂਟ ਦਾ ਗੁਣਨਫਲ ਆ ਜੀ। ਅਸੀਂ ਹੈਰੀਡਿਟੀ ਔਰ ਇਨਵਾਇਰਮੈਂਟ ਦਾ ਗੁਣਨਫਲ ਹਾਂ ਜੀ। ਅਸੀਂ ਜੋ ਵੀ ਕੁਛ ਹਾਂ ਵੰਸ਼ ਅਤੇ ਵਾਤਾਵਰਨ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਜੀ। ਕੁਛ ਮਤਲਬ ਸਾਨੂੰ ਵੰਸ਼ ਤੋਂ ਮਿਲਿਆ ਅਤੇ ਉਸ ਤੋਂ ਬਾਅਦ ਵਾਤਾਵਰਨ ਤੋਂ ਜੀ। ਜੇਕਰ ਜਦ ਚੰਗੀ ਹੋਵੇਗੀ ਪਰ ਵਾਤਾਵਰਨ ਢੁਕਵਾਂ ਸਹੀ ਨਾ ਹੋਵੇ ਤਾਂ ਵੀ ਸਾਡੀ ਸਹੀ ਵਿਕਾਸ ਨਹੀਂ ਹੋਊਗਾ। ਜੇ ਵਾਤਾਵਰਨ ਚੰਗਾ ਹੋਵੇ ਔਰ ਜਿਹੜਾ ਹੈ ਸਾਡਾ ਆਪਾਂ ਕਹਿ ਸਕਦੇ ਹਾਂ ਖਾਨਦਾਨ ਅੱਛਾ ਨਹੀਂ ਤਾਂ ਵੀ ਡਿਵੈਲਪਮੈਂਟ ਅੱਛੀ ਨਹੀਂ ਹੋਵੇਗੀ। ਸੋ ਜਿਵੇਂ ਕਿ ਕਹਿੰਦੇ ਨੇ ਕਿ ਬੀਜ ਲਈ ਉਪਜਾਊ ਮਿੱਟੀ, ਹਵਾ, ਪਾਣੀ, ਖਾਦ ਦੀ ਜ਼ਰੂਰਤ ਹੈ, ਪਰ ਜਿਹੜਾ ਹੈ ਇਹਨਾਂ ਤੋਂ ਬਿਨਾਂ ਪੌਦਾ ਉੱਗ ਨਹੀਂ ਸਕਦਾ, ਮਿੱਟੀ, ਹਵਾ, ਪਾਣੀ ਤੋਂ। ਪਰ ਜੇਕਰ ਸਾਰੀਆਂ ਚੀਜ਼ਾਂ ਹੋਣ ਅਤੇ ਤੰਦਰੁਸਤ ਸਹੀ ਬੀਜ ਨਾ ਹੋਵੇ ਤਾਂ ਵੀ ਜਿਹੜਾ ਹੈ ਇੱਕ ਉਪਜਾਊ ਵਧੀਆ ਪੌਦਾ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਹੀ ਵੰਸ਼ ਅਤੇ ਵਾਤਾਵਰਨ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਮਾੜੀ ਹੈ ਤਾਂ ਡਿਵੈਲਪਮੈਂਟ ਸਹੀ ਨਹੀਂ ਹੋਊਗੀ। ਕੁਐਸਚਨ ਨੰਬਰ 20 ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਧੇਰੇ ਵਿਕਾਸ ਕਰੇਗਾ, ਆਪਸ਼ਨ ਬੀ ਸਹੀ ਰਹੇਗੀ ਜੀ, ਸਮਾਜਿਕ। ਸੋਸ਼ਲ ਔਰ ਇਕਨੋਮਿਕ ਤੌਰ 'ਤੇ ਜਿਹੜਾ ਖੁਸ਼ਹਾਲ ਬੱਚਾ ਹੈ, ਸਮਾਜਿਕ ਤੌਰ 'ਤੇ ਅਤੇ ਆਰਥਿਕ ਤੌਰ 'ਤੇ ਜਿਹੜਾ ਖੁਸ਼ਹਾਲ ਬੱਚਾ ਹੈ ਉਸ ਦਾ ਵਿਕਾਸ ਇਹਨਾਂ ਦੇ ਵਿੱਚੋਂ ਜ਼ਿਆਦਾ ਹੋਵੇਗਾ ਜੀ। ਬੱਚੇ ਦੇ ਸਰੀਰਕ ਅਤੇ ਕਾਰਜਾਤਮਕ ਵਿਕਾਸ ਦੀ ਦਿਸ਼ਾ ਹੁੰਦੀ ਹੈ। ਦਿਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ ਜੀ, ਇੱਕ ਸਿਰ ਤੋਂ ਪੈਰ ਤੱਕ ਜਿਸ ਨੂੰ ਆਪਾਂ ਹੈਡ ਟੂ ਟੋ ਕਹਿੰਦੇ ਹਾਂ, ਦੂਸਰਾ ਸਰੀਰ ਮੱਧ ਤੋਂ ਬਾਹਰ ਵੱਲ ਜੀ। ਸੋ ਸਿਰ ਤੋਂ ਪੈਰਾਂ ਵੱਲ ਦੇ ਵਾਧੇ ਤੋਂ ਕਰਮ ਨੂੰ ਕਿਹਾ ਜਾਂਦਾ ਹੈ ਜੀ ਫੈਲੋਕੋਡਲ ਸੀਕੁਐਂਸ, ਭਾਵ ਕਿ ਪਹਿਲਾਂ ਸਿਰ ਦਾ ਵਿਕਾਸ ਹੁੰਦਾ ਹੈ ਫਿਰ ਹੌਲੀ ਹੌਲੀ ਹੇਠਾਂ ਵੱਲ ਨੂੰ ਵੱਧਦੇ ਹੋਏ ਅੰਗਾਂ ਦਾ ਜਿਹੜਾ ਵਿਕਾਸ ਹੁੰਦਾ ਹੈ। ਔਰ ਦੂਸਰਾ ਜਿਹੜਾ ਹੈ
ਪ੍ਰੋਕਸੋਮੋਡੀਟਲ ਸੀਕੁਐਂਸ ਹੈ ਉਸ ਦੇ ਵਿੱਚ ਕੀ ਹੁੰਦਾ, ਪਹਿਲਾਂ ਰੀੜ੍ਹ ਦੀ ਹੱਡੀ ਦਾ ਵਿਕਾਸ ਹੁੰਦਾ, ਫਿਰ ਉਸ ਦੇ ਆਲੇ ਦੁਆਲੇ ਦੇ ਅੰਗਾਂ ਦਾ ਵਿਕਾਸ ਹੁੰਦਾ। ਸੋ ਇੱਕ ਬੱਚੇ ਨੂੰ ਦੇਖ ਲਓ, ਮਾਈਂਡ ਦੇ ਵਿੱਚ ਬਿਠਾ ਲਓ, ਸਾਰੀ CDP ਬਿਲਕੁਲ ਸੌਖੀ ਹੋ ਜਾਏਗੀ। ਬੱਚੇ ਦਾ ਵਿਕਾਸ ਕਿਵੇਂ ਹੁੰਦਾ, ਡਿਵੈਲਪਮੈਂਟ ਹੁੰਦਾ, ਕੋਈ ਵੀ ਆਸ-ਪਾਸ ਇੱਕ ਬੱਚੇ ਨੂੰ ਮਾਈਂਡ ਦੇ ਵਿੱਚ ਬਿਠਾ ਕੇ ਤੁਸੀਂ ਦੇਖ ਸਕਦੇ ਹੋ। ਬੱਚੇ ਨੂੰ ਜਦੋਂ ਆਪਾਂ ਜਿਹੜਾ ਹੈ ਪਹਿਲਾਂ ਸਿਰ ਨੂੰ ਖੜਾਉਣਾ ਸਿੱਖਦਾ ਜੀ। ਆਮ ਆਪਾਂ ਸੁਣਿਆ ਹੋਣਾ ਵੀ ਅਜੇ ਇਹਦਾ ਸਿਰ ਨਹੀਂ ਖੜਦਾ, ਸਿਰ ਖੜੂਗਾ ਫਿਰ ਹੌਲੀ ਹੌਲੀ ਜਿਹੜਾ ਹੈ ਲੱਤਾਂ 'ਤੇ ਭਾਰ ਪੈਂਦਾ ਹੈ, ਫਿਰ ਰਿੜ੍ਹਦਾ, ਤੁਰਦਾ। ਸੋ ਇਸ ਤਰ੍ਹਾਂ ਡਿਵੈਲਪਮੈਂਟ ਹੁੰਦੀ ਹੈ। ਔਰ ਦੂਸਰੀ ਜਿਹੜੀ ਹੈ ਰੀੜ੍ਹ ਦੀ ਹੱਡੀ ਵਾਲੀ, ਜੇਕਰ ਆਪਾਂ ਦੇਖੀਏ ਤਾਂ ਬੱਚਾ ਜਦੋਂ ਪਿਆ ਹੁੰਦਾ ਤਾਂ ਲੱਤਾਂ ਬਾਹਾਂ ਨੂੰ ਹਿਲਾਉਂਦਾ ਚਲਾਉਂਦਾ। ਸੋ ਰੀੜ੍ਹ ਦੀ ਹੱਡੀ ਤੋਂ ਬਾਹਰ ਵੱਲ ਅੰਗ ਦੇ ਜਿਹੜੇ ਦੂਰ ਦੇ ਅੰਗ ਨੇ ਉੱਧਰ ਦੇ ਕਰਮ ਨੂੰ ਉਹਦਾ ਵਿਕਾਸ ਹੁੰਦਾ। ਅੱਗੇ ਹੈ ਜੀ, ਇਹਨਾਂ ਵਿੱਚੋਂ ਕਿਹੜਾ ਵਿਕਾਸ ਦਾ ਸਿਧਾਂਤ ਨਹੀਂ ਹੈ ਜੀ? ਤਾਂ ਇਹਨਾਂ ਦੇ ਵਿੱਚੋਂ ਜਿਹੜਾ ਆਪਸ਼ਨ B ਹੈ ਜੀ, ਵਿਕਾਸ ਕੇਵਲ ਸੰਸਕ੍ਰਿਤੀ ਦੁਆਰਾ ਨਿਯੰਤਰਿਤ ਅਤੇ ਨਿਰਧਾਰਿਤ ਕੀਤਾ ਜਾਂਦਾ। ਸੋ ਸੰਸਕ੍ਰਿਤੀ ਵਿਕਾਸ ਨੂੰ ਨਿਰਧਾਰਿਤ ਜਾਂ ਨਿਯੰਤਰਿਤ ਨਹੀਂ ਕਰਦੀ ਜੀ। ਵਿਕਾਸ ਸੰਸ਼ੋਧਨਯੋਗ ਹੈ ਜੀ, ਮੋਡੀਏਬਲ ਹੈ। ਸੋ ਇਸ ਨੂੰ ਸੋਧਿਆ ਜਾ ਸਕਦਾ ਹੈ ਜੀ, ਮਤਲਬ ਉਸ ਦੇ ਵਿੱਚ ਤਬਦੀਲੀ ਕੁਛ ਨਾ ਕੁਛ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਿਆਈ ਜਾ ਸਕਦੀ ਹੈ ਜੀ। ਸਾਰੀ ਉਮਰ ਆਪਾਂ ਨੂੰ ਪਤਾ ਵਰਤਦਾ। ਔਰ ਵਿਕਾਸ ਵੰਸ਼ ਅਤੇ ਵਾਤਾਵਰਨ ਦੋਵਾਂ ਤੋਂ ਪ੍ਰਭਾਵਿਤ ਹੁੰਦਾ, ਆਪਾਂ ਡਿਸਕਸ ਕਰ ਚੁੱਕੇ ਹਾਂ ਜੀ। ਅੱਗੇ ਹੈ ਜੀ, ਦੋ ਵਿਅਕਤੀ ਸਮਾਨ ਨਹੀਂ ਹੁੰਦੇ ਪਰੰਤੂ ਸਾਰੇ ਬੱਚਿਆਂ ਦਾ ਵਿਕਾਸ ਇੱਕ ਕਰਮ ਅਨੁਸਾਰ ਹੁੰਦਾ ਹੈ। ਕਥਨ ਕਿਸ ਦਾ ਹੈ ਜੀ? ਆਪਸ਼ਨ B ਗਸੇਲ ਦਾ। ਚਾਹੇ ਸਾਰੇ ਇੱਕਸਾਰ ਨਹੀਂ ਹੁੰਦੇ ਪਰ ਕਰਮ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਜੀ। ਅੱਗੇ ਬੱਚੇ ਦੀ ਸਟੇਜ ਦੇ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ ਨੇ ਜੀ, ਬਹੁਤ ਹੀ ਜ਼ਿਆਦਾ। ਵੱਖ-ਵੱਖ ਸਟੇਜਸ ਨੇ, ਜਿਸ ਦੇ ਵਿੱਚ ਬਾਲ ਅਵਸਥਾ ਹੋ ਗਈ, ਉਸ ਦਾ ਜਿਹੜਾ ਹੈ ਕਿਸ਼ੋਰ ਅਵਸਥਾ ਹੋ ਗਈ, ਉਸ ਦੇ ਨਾਲ ਰਿਲੇਟਡ ਕੁਐਸਚਨ ਨੇ ਜੀ। ਵਿਕਾਸ ਦੇ ਜਦੋਂ ਆਪਾਂ ਸਿਧਾਂਤ ਕਰ ਰਹੇ ਹਾਂ, ਵਿਕਾਸ ਦੇ ਰਿਲੇਟਡ ਗੱਲਾਂ ਕਰ ਰਹੇ ਹਾਂ, ਤਾਂ ਉਸ ਦੀ ਜਿਹੜੀ ਡਿਵੈਲਪਮੈਂਟ ਦੀਆਂ ਸਟੇਜਸ ਨੇ ਉਹਦੇ ਨਾਲ ਰਿਲੇਟਡ ਕੁਐਸਚਨ ਵੀ ਪੁੱਛੇ ਜਾਂਦੇ ਨੇ। ਮੁੱਖ ਜਿਹੜੀਆਂ ਵਿਕਾਸ ਦੀਆਂ ਕਿਸਮਾਂ ਨੇ ਜੀ, ਇਨਫੈਂਸੀ ਪੀਰੀਅਡ 0 ਤੋਂ 2 ਸਾਲ ਦਾ ਜੀ। ਉਸ ਦੇ ਵਿੱਚ ਜਿਹੜਾ ਇਨਫੈਂਸੀ ਪੀਰੀਅਡ ਦੇ ਵਿੱਚ ਯਾਦ ਰੱਖਣਾ ਹੈ, ਬੱਚੇ ਦਾ ਸਰੀਰਕ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਔਰ ਬੱਚਾ ਜਿਹੜਾ ਗਿਆਨ ਇੰਦਰੀਆਂ ਦੇ ਨਾਲ ਸਿੱਖਦਾ ਜੀ। ਉਸ ਤੋਂ ਬਾਅਦ ਹੈ ਜੀ ਅਰਲੀ ਚਾਈਲਡਹੁੱਡ। ਇੱਕ ਬਹੁਤ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਕਿ ਕਿਸ ਟੋਆਏ ਏਜ ਕਿਹਨੂੰ ਕਿਹਾ ਜਾਂਦਾ? ਤਾਂ 2 ਤੋਂ 6 ਸਾਲ ਦੀ ਜਿਹੜੀ ਏਜ ਹੈ ਅਰਲੀ ਚਾਈਲਡਹੁੱਡ, ਉਹਨੂੰ ਜਿਹੜਾ ਹੈ ਟੋਆਏ ਏਜ ਕਿਹਾ ਜਾਂਦਾ। ਲੇਟਰ ਚਾਈਲਡਹੁੱਡ ਜਿਹਨੂੰ ਜਿਹੜਾ ਹੈ ਉੱਤਰ ਬਾਲ ਅਵਸਥਾ ਕਹਿੰਦੇ ਨੇ। ਔਰ ਜਿਹੜੀ 6 ਤੋਂ 12 ਸਾਲ ਦੀ ਉਮਰ ਹੈ ਜੀ ਲੇਟਰ ਚਾਈਲਡਹੁੱਡ ਦੀ, ਜਿਸ ਨੂੰ ਗੈਂਗ ਏਜ, ਸਕੂਲ ਏਜ, ਕਿਉਂਕਿ 6 ਤੋਂ 12 ਸਾਲ ਦਾ ਬੱਚਾ ਹੀ ਸਕੂਲ ਜਾਂਦਾ। ਸੋ ਜਿਹੜਾ ਹੈ ਇਸ ਨੂੰ ਜਿਹੜਾ ਹੈ 6 ਤੋਂ 12 ਸਾਲ ਦੀ ਏਜ ਹੈ ਲੇਟਰ ਚਾਈਲਡਹੁੱਡ। ਇਹ ਚੀਜ਼ਾਂ ਨੋਟ ਕਰ ਸਕਦੇ ਹੋ ਜੀ। ਇਹਦੇ 'ਚ ਜਿਹੜਾ ਇਸ ਨੂੰ ਗੈਂਗ ਏਜ, ਸਕੂਲ ਏਜ ਕਿਹਾ ਜਾਂਦਾ। ਸਰੀਰਕ ਵਿਕਾਸ ਜਿਹੜੀਆਂ ਪਹਿਲੀਆਂ 2 ਅਵਸਥਾਵਾਂ ਨੇ, ਇਨਫੈਂਸੀ ਅਤੇ ਅਰਲੀ ਚਾਈਲਡਹੁੱਡ, ਉਹਨਾਂ ਨਾਲੋਂ ਜਿਹੜਾ ਹੈ ਘੱਟ ਹੁੰਦਾ ਹੈ ਜੀ। ਔਰ ਲੇਟਰ ਚਾਈਲਡਹੁੱਡ ਦੇ ਵਿੱਚ ਹੀ ਸੂਡੋ ਮੈਚਿਓਰਟੀ ਕੀ ਹੁੰਦੀ ਹੈ ਕਿ ਉਸ ਨੂੰ ਲੱਗਦਾ ਕਿ ਉਹ ਮੈਚਿਓਰ ਹੋ ਗਿਆ ਪਰ ਉਹ ਹੁੰਦਾ ਨਹੀਂ ਜੀ। ਮੋਟਰ ਡਿਵੈਲਪਮੈਂਟ ਬਹੁਤ ਹੁੰਦੀ ਹੈ, ਗਤਿਕ ਡਿਵੈਲਪਮੈਂਟ ਜਿਹਨੂੰ ਕਹਿੰਦੇ ਆਪਾਂ। ਸੋ ਇਸ ਏਜ ਦੇ ਵਿੱਚ ਹੁੰਦੀ ਹੈ। ਕਿਸ਼ੋਰ ਅਵਸਥਾ ਬਹੁਤ ਪਰਿਵਰਤਨ ਦਾ ਕਾਲ ਕਿਹਾ ਜਾਂਦਾ। ਅਡੋਲਸੈਂਸ ਪੀਰੀਅਡ ਨੂੰ ਜੀ, ਅਡੋਲਸੈਂਸ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਬੱਚੇ ਦੇ ਆਉਂਦੇ ਨੇ। ਸੋ ਇਸ ਨੂੰ ਜਿਹੜਾ ਹੈ ਤੂਫਾਨ ਅਤੇ ਤਣਾਅ ਦੀ ਅਵਸਥਾ ਸਟੈਨਲੇ ਹਾਲ ਕਹਿੰਦਾ। ਔਰ ਗੋਲਡਨ ਪੀਰੀਅਡ ਵੀ ਕਿਹਾ ਜਾਂਦਾ ਜੀ ਇਸ ਨੂੰ। ਔਰ ਇਸ ਦੇ ਅੰਦਰ ਜਿਹੜਾ ਹੈ ਲੀਡਰਸ਼ਿਪ ਸਕਿੱਲ ਵੀ ਡਿਵੈਲਪਮੈਂਟ ਹੁੰਦੀਆਂ ਨੇ। ਸਥਿਰ ਭਾਵਨਾਵਾਂ ਦੀ ਕਮੀ ਹੁੰਦੀ ਹੈ, ਪਲ ਪਲ ਬਾਅਦ ਜਿਹੜਾ ਹੈ ਬਦਲਦਾ ਹੈ ਇਸ ਪੀਰੀਅਡ ਦੇ ਵਿੱਚ। ਔਰ ਆਪਣੀ, ਕਿਉਂਕਿ ਉਹ ਪਛਾਣ ਲੱਭ ਰਿਹਾ ਹੁੰਦਾ ਜੀ ਇਸ ਸਮੇਂ 'ਤੇ, ਪਛਾਣ ਬਨਾਮ ਭੂਮਿਕਾ। ਸੋ ਉਸ ਦੀ ਭੂਮਿਕਾ ਕੀ ਹੈ ਸਮਾਜ ਦੇ ਵਿੱਚ, ਹੈ ਕੀ ਹੈ। ਸੋ ਇਸ ਜਿਹੜਾ ਅਡੋਲਸੈਂਸ ਪੀਰੀਅਡ 'ਚ ਬੱਚਾ ਲੱਭਦਾ ਹੁੰਦਾ ਜੀ ਐਰਿਕਸਨ ਦੇ ਅਨੁਸਾਰ ਜੀ। ਸੋ ਇਹ ਚੀਜ਼ ਹੈ ਜੀ, ਇਸ ਦੇ ਨਾਲ ਇੱਦਾਂ ਦੇ ਹੀ ਰਿਲੇਟਡ ਕੁਐਸਚਨ ਆਉਣਗੇ। ਫਸਟ ਕੁਐਸਚਨ ਹੈ ਜੀ, ਬੱਚਾ 4-5 ਸਾਲ ਦੀ ਉਮਰ ਵਿੱਚ ਉਹ ਕੁਝ ਬਣ ਜਾਂਦਾ ਹੈ ਜੋ ਕੁਝ ਉਸਨੇ ਭਵਿੱਖ ਜੀਵਨ ਵਿੱਚ ਬਣਨਾ ਹੁੰਦਾ ਹੈ। ਕਥਨ ਕਿਸ ਦਾ ਹੈ ਜੀ? ਆਪਸ਼ਨ D ਫਰਾਇਡ ਦਾ ਜੀ। ਅਗਲਾ ਕੁਐਸਚਨ ਹੈ ਜੀ, ਸ਼ਿਸ਼ੂ ਕਾਲ 0 ਤੋਂ 5 ਸਾਲ ਜਾਂ ਜਿਹੜਾ ਹੈ 0 ਤੋਂ 2 ਸਾਲ ਵੀ ਕੋਈ ਕਹਿ ਰਿਹਾ ਜੀ। ਅਪੀਲੀ ਕਾਲ ਇਸ ਨੂੰ ਕੌਣ ਕਹਿੰਦਾ? ਤਾਂ ਸ਼ਿਸ਼ੂ ਕਾਲ ਨੂੰ ਜਿਹੜਾ ਅਪੀਲੀ ਕਾਲ ਡਾਕਟਰ ਹਰਲਾਕ ਕਹਿੰਦੀ ਇਹਨੂੰ ਖਤਰਨਾਕ ਕਾਲ ਵੀ ਕਹਿੰਦੀ, ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਸ਼ਿਸ਼ੂ ਕਾਲ ਦੇ ਦੌਰਾਨ ਡੈਥ ਵੀ ਹੋ ਜਾਂਦੀ ਹੈ। ਅਪੀਲੀ ਕਾਲ ਕਿਉਂ ਕਿਹਾ ਜਾਂਦਾ? ਬੱਚਾ ਉਸ ਸਮੇਂ ਲਾਚਾਰ ਹੁੰਦਾ, ਅਪੀਲ ਕਰਦਾ, ਉਹਨੂੰ ਮਤਲਬ ਹਰ ਚੀਜ਼, ਬੱਚਾ ਜਿਹੜਾ ਲਾਚਾਰ ਹੈ, ਬੇਵੱਸ ਹੈ, ਦੂਜਿਆਂ ਦੇ ਅੱਗੇ ਅਪੀਲ ਕਰਦਾ। ਔਰ ਉਸ ਸਮੇਂ ਜਿਹੜਾ ਹੈ ਬਾਲਗਾਂ ਅਤੇ ਖ਼ਾਸ ਤੌਰ 'ਤੇ ਕਵੀਆਂ ਅਤੇ ਕਲਾਕਾਰਾਂ ਨੂੰ
ਪ੍ਰਸੰਨ ਕਰਦਾ, ਇੱਦਾਂ ਦੀਆਂ ਹਰਕਤਾਂ ਕਰਦਾ ਜੀ। ਤੀਸਰਾ ਹੈ ਜੀ ਅੱਗੇ, ਕਿਹੜਾ ਕਾਲ ਕੱਦ ਅਤੇ ਭਾਰ ਦੇ ਤੀਬਰ ਵਾਧੇ ਦਾ ਕਾਲ ਹੈ? ਤਾਂ ਆਪਸ਼ਨ ਏ ਹੈ ਜੀ ਸ਼ਿਸ਼ੂ ਕਾਲ। ਸੋ ਏਜ ਦੇ ਵਿੱਚ ਇੱਥੇ ਫਰਕ ਪੈਣਾ ਹੀ ਪੈਣਾ ਜੀ, ਅਲੱਗ-ਅਲੱਗ ਸਾਰਿਆਂ ਨੇ ਦਿੱਤੀ ਹੋਈ ਹੈ। ਕੋਈ ਕਿਸੇ ਕਾਲ ਨੂੰ ਕਹੀ ਜਾਂਦਾ ਔਰ ਕੋਈ ਕਿਸੇ ਨੂੰ। ਸੋ ਆਪਾਂ ਜਿਹੜਾ ਲਿਆ ਉਹ ਵਾਲੀਆ ਜੀ ਦੀ ਬੁੱਕ ਹੈ ਜੀ, ਡਾਕਟਰ JS ਵਾਲੀਆ ਦੀ B.Ed ਦੇ ਵਿੱਚ ਪੜ੍ਹੀ ਹੋਈ, ਉਸ ਦੇ ਵਿੱਚੋਂ। ਸੋ ਇਹਨੂੰ ਜਿਹੜਾ ਹੈ ਚੇਂਜ ਕੀਤਾ ਹੋਇਆ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਪਰ ਜਿਹੜਾ ਕੱਦ ਅਤੇ ਭਾਰ ਏਜ ਦੇ ਵਿੱਚ ਕੋਈ ਸ਼ਿਸ਼ੂ ਕਾਲ 0 ਤੋਂ 2 ਸਾਲ, ਕੋਈ ਜਿਹੜਾ ਹੈ ਅਲੱਗ-ਅਲੱਗ ਹੈ ਜੀ। ਇਸ ਚੀਜ਼ 'ਚ ਕਨਫਿਊਜ਼ਨ 'ਚ ਨਹੀਂ ਪੈਣਾ, ਬਸ ਥੋੜ੍ਹਾ ਅੰਦਾਜ਼ਾ ਜਿਹਾ ਰੱਖ ਲਓ। ਸੋ ਇਸ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕੱਦ ਅਤੇ ਭਾਰ। ਕੱਦ ਅਤੇ ਭਾਰ ਦਾ ਆਪਾਂ ਪਹਿਲੇ ਡਿਸਕਸ ਕਰ ਚੁੱਕੇ ਹਾਂ। ਸ਼ਿਸ਼ੂ ਕਾਲ ਦੇ ਵਿੱਚ ਜਿਹੜਾ ਸਭ ਤੋਂ ਵਾਧਾ ਹੁੰਦਾ, ਚਾਹੇ ਜਾਂ 0 ਤੋਂ 2 ਸਾਲ ਕਿਤੇ ਲਿਖਿਆ ਹੋਇਆ ਉਹ ਸਹੀ ਆਨਸਰ ਹੋ ਜਾਊਗਾ, ਜਾਂ 0 ਤੋਂ 5 ਸਾਲ ਵੀ ਲਿਖਿਆ ਹੋਇਆ ਤਾਂ ਉਹ ਵੀ ਆਨਸਰ ਸਹੀ ਹੋ ਜਾਊਗਾ ਜੀ। ਅੱਗੇ ਹੈ ਜੀ ਨਵਜਾਤ ਸ਼ਿਸ਼ੂ ਦੀ ਔਸਤ ਲੰਬਾਈ ਕਿੰਨੀ ਹੁੰਦੀ ਹੈ? ਤਾਂ ਆਪਸ਼ਨ ਸੀ ਹੈ ਜੀ 19 ਇੰਚ ਜਿਹੜੀ ਐਵਰੇਜ ਹੁੰਦੀ ਹੈ, ਵੈਸੇ 17 ਤੋਂ 21 ਇੰਚ ਹੋ ਸਕਦੀ ਹੈ ਜੀ। ਨਵਜਾਤ ਬੱਚੇ ਦਾ ਭਾਰ ਆਪਸ਼ਨ ਬੀ ਹੈ ਜੀ ਤਕਰੀਬਨ 7 ਪਾਊਂਡ ਜੀ। ਜਨਮ ਸਮੇਂ ਬੱਚੇ ਦਾ ਕਿਹੜਾ ਅੰਗ ਸਭ ਤੋਂ ਵੱਡਾ ਨਜ਼ਰ ਆਉਂਦਾ? ਤਾਂ ਆਪਸ਼ਨ ਬੀ ਜੀ ਪਹਿਲੇ ਗੱਲ ਕਰ ਚੁੱਕੇ ਹਾਂ, ਸਿਰ ਸਭ ਤੋਂ ਵੱਡਾ ਨਜ਼ਰ ਆਉਂਦਾ, ਔਰ ਇਹ ਜਿਹੜਾ ਹੈ ਸਰੀਰ ਦੇ ਭਾਰ ਦਾ 1/4 ਹਿੱਸਾ ਹੁੰਦਾ, ਜੇਕਰ ਪੁੱਛਿਆ ਜਾਏ ਕਿੰਨਾ ਹੁੰਦਾ। ਨੈਕਸਟ ਹੈ ਜੀ ਸਧਾਰਨ ਤੌਰ 'ਤੇ ਬੱਚੇ ਦਾ ਪਹਿਲਾ ਦੰਦ ਕਿਸ ਉਮਰ ਦੇ ਵਿੱਚ ਨਿਕਲਦਾ? ਤਾਂ ਆਪਸ਼ਨ ਸੀ ਹੈ ਜੀ 6 ਮਹੀਨੇ ਦੇ ਵਿੱਚ ਜੀ। ਨੈਕਸਟ, ਕਿਸ ਸਾਲ ਤੱਕ ਬੱਚਾ ਆ ਬਾ ਪਾ ਆ ਬ ਬ ਪਾ ਪਾ ਆਦਿ ਜਿਹੜਾ ਉਚਾਰ ਲੈਂਦਾ? ਤਾਂ ਆਪਸ਼ਨ ਬੀ ਹੈ ਜੀ ਦੂਸਰੇ ਸਾਲ ਤੱਕ ਜੀ, ਸੈਕੰਡ ਈਅਰ ਤੱਕ ਜੀ। ਨੈਕਸਟ ਹੈ ਜੀ ਪ੍ਰੋਫੈਸਰ ਸਮਿਥ ਅਨੁਸਾਰ 1 ਸਾਲ ਦੀ ਉਮਰ ਦਾ ਬੱਚਾ ਕਿੰਨੇ ਸ਼ਬਦ ਬੋਲ ਲੈਂਦਾ ਜੀ? ਆਪਸ਼ਨ ਬੀ ਸਹੀ ਹੈ ਜੀ 3 ਸ਼ਬਦ 1 ਸਾਲ ਤੱਕ ਦਾ ਬੱਚਾ ਜਿਹੜਾ ਬੋਲ ਸਕਦਾ। 2 ਸਾਲ ਦਾ 272 ਸ਼ਬਦ, ਔਰ 5 ਸਾਲ ਤੱਕ ਜਿਹੜਾ ਹੈ 2072 ਸ਼ਬਦ ਜਿਹੜੇ ਨੇ ਬੋਲ ਸਕਦਾ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 10, ਵਾਟਸਨ ਅਨੁਸਾਰ ਕਿਹੜੇ 3 ਜਜ਼ਬੇ ਸ਼ਿਸ਼ੂ ਅਵਸਥਾ ਵਿੱਚ ਵੇਖੇ ਜਾਂਦੇ ਨੇ? ਇੰਪੋਰਟੈਂਟ ਕੁਐਸਚਨ ਹੈ ਜੀ। ਆਪਸ਼ਨ ਸੀ ਡਰ, ਕ੍ਰੋਧ ਅਤੇ ਪ੍ਰੇਮ। ਸੋ ਇਹ 3 ਜਿਹੜੇ ਨੇ ਜਜ਼ਬੇ ਉਹ ਵੇਖੇ ਜਾਂਦੇ ਨੇ ਸ਼ਿਸ਼ੂ ਅਵਸਥਾ ਦੇ ਵਿੱਚ। ਕੁਐਸਚਨ ਨੰਬਰ 11 ਜੀ, ਕਾਮ ਪ੍ਰਵਿਰਤੀ ਵੱਲ ਬੱਚੇ ਦਾ ਧਿਆਨ ਕਿਸ ਅਵਸਥਾ ਵਿੱਚ ਨਾ ਮਾਤਰ ਜਾਂ ਬਿਲਕੁਲ ਨਹੀਂ ਹੁੰਦਾ? ਤਾਂ ਆਪਸ਼ਨ ਏ ਹੈ ਜੀ ਬਾਲ ਅਵਸਥਾ ਦੇ ਵਿੱਚ ਜਿਹੜਾ ਹੈ ਬੱਚੇ ਦਾ ਬਿਲਕੁਲ ਵੀ ਧਿਆਨ ਜਿਹੜਾ ਕਾਮ ਪ੍ਰਵਿਰਤੀ ਦੇ ਵਿੱਚ ਨਹੀਂ ਹੁੰਦਾ ਜੀ। 6 ਤੋਂ 12 ਸਾਲ ਦਾ ਜਿਹੜਾ ਪੀਰੀਅਡ ਹੈ ਜੀ। ਨੈਕਸਟ ਹੈ ਜੀ ਸੰਗ੍ਰਹਿ ਕਰਨ ਦੀ ਪ੍ਰਵਿਰਤੀ ਕਿਸ ਅਵਸਥਾ ਦੀ ਵਿਸ਼ੇਸ਼ਤਾ ਹੈ, ਯਾਨੀ ਕਿ ਚੀਜ਼ਾਂ ਨੂੰ ਇਕੱਠਾ ਕਰਨ ਦੀ? ਤਾਂ ਆਪਸ਼ਨ ਏ ਹੈ ਜੀ ਬਾਲ ਅਵਸਥਾ 6 ਤੋਂ 12 ਸਾਲ ਦੀ ਜੀ। ਨੈਕਸਟ ਹੈ ਜੀ ਨੈਤਿਕਤਾ ਦਾ ਅਭਾਵ, ਯਾਨੀ ਕਿ ਨੈਤਿਕਤਾ ਨਹੀਂ ਹੁੰਦੀ ਕਿਸ ਅਵਸਥਾ ਦੇ ਵਿੱਚ? ਆਪਸ਼ਨ ਏ ਹੈ ਜੀ ਸ਼ਿਸ਼ੂ ਅਵਸਥਾ ਦੇ ਵਿੱਚ ਬੱਚੇ ਨੂੰ ਨੈਤਿਕਤਾ ਦਾ ਜਿਹੜਾ ਅਭਾਵ ਹੁੰਦਾ, ਨੈਤਿਕਤਾ ਦਾ ਉਸਨੂੰ ਕੁਝ ਵੀ ਪਤਾ ਨਹੀਂ ਹੁੰਦਾ। 14 ਨੰਬਰ ਕੁਐਸਚਨ ਹੈ, ਬਾਲ ਅਵਸਥਾ ਨੂੰ ਜੀਵਨ ਦਾ ਅਨੋਖਾ ਕਾਲ ਕਿਸ ਨੇ ਕਿਹਾ ਹੈ? ਆਪਸ਼ਨ ਸੀ ਹੈ ਜੀ ਕੋਲ ਤੇ ਬਰੂਸ ਨੇ ਜਿਹੜਾ ਹੈ ਬਾਲ ਅਵਸਥਾ ਨੂੰ ਜੀਵਨ ਦਾ ਅਨੋਖਾ ਕਾਲ ਕਿਹਾ। ਕੁਐਸਚਨ ਨੰਬਰ 15 ਜੀ, ਜਨਮ ਦੇ ਸਮੇਂ ਅਤੇ ਥੋੜ੍ਹਾ ਸਮਾਂ ਬਾਅਦ ਤੱਕ ਸ਼ਿਸ਼ੂ ਦਾ ਸਮਾਜਿਕ ਵਿਵਹਾਰ ਕਿਹੋ ਜਿਹਾ ਹੁੰਦਾ ਹੈ? ਆਪਸ਼ਨ ਡੀ ਜੀ ਕਿਸੇ ਨਾਲ ਵੀ ਜਿਹੜਾ ਹੈ ਜਨਮ ਸਮੇਂ ਬੱਚਾ ਜਿਹੜਾ ਜੋ ਮਰਜ਼ੀ ਉਹਨੂੰ ਚੁੱਕ ਲੈ, ਉਹਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਅਭਾਵ ਨਹੀਂ ਹੁੰਦਾ। ਹੌਲੀ ਹੌਲੀ ਜਿਵੇਂ ਵੱਡਾ ਹੁੰਦਾ ਤਾਂ ਉਸਨੂੰ ਜਿਹੜਾ ਹੈ ਸਮਾਜਿਕ ਵਿਵਹਾਰ, ਜਿਵੇਂ ਮਾਤਾ ਪਿਤਾ ਦੇ ਪਿਆਰ ਵਗੈਰਾ ਦਾ ਉਹਨੂੰ ਪਤਾ ਲੱਗਦਾ, ਭੈਣ ਭਾਈਆਂ ਦਾ ਪਤਾ ਲੱਗਦਾ ਜੀ। ਕੁਐਸਚਨ ਨੰਬਰ 16 ਜੀ, ਕਿਸ ਅਵਸਥਾ ਵਿੱਚ ਬੱਚੇ ਦਾ ਭਾਈਚਾਰਕ ਵਿਵਹਾਰ ਸਵੈ ਕੇਂਦਰਿਤ ਯਾਨੀ ਕਿ ਸੈਲਫ ਸੈਂਟਰਡ ਹੁੰਦਾ? ਆਪਸ਼ਨ ਏ ਹੈ ਜੀ 0 ਤੋਂ 5 ਸਾਲ ਜੀ। ਕਿਸ ਉਮਰ ਵਿੱਚ ਬੱਚੇ ਦੀ ਪੱਕੀ ਮਿੱਤਰਤਾ ਹੁੰਦੀ ਹੈ? ਤਾਂ ਸਹੀ ਆਨਸਰ ਹੈ ਜੀ ਆਪਸ਼ਨ ਬੀ 5 ਸਾਲ ਦੇ ਵਿੱਚ ਜਿਹੜੀ ਹੈ ਪੱਕੀ ਹੁੰਦੀ, ਉਸ ਤੋਂ ਪਹਿਲਾਂ ਅਸਥਾਈ ਹੁੰਦੀ ਹੈ ਜੀ। ਟੋਆਏ ਏਜ ਕਿਹਾ ਜਾਂਦਾ ਹੈ? ਟੋਆਏ ਏਜ ਆਪਾਂ ਡਿਸਕਸ ਕਰਦੇ ਹਾਂ, ਅਰਲੀ ਚਾਈਲਡਹੁੱਡ ਨੂੰ ਕਿਹਾ ਜਾਂਦਾ ਹੈ ਜੀ। ਆਪਸ਼ਨ ਏ ਪੂਰਵ ਬਚਪਨ ਨੂੰ ਜੀ। ਨੈਕਸਟ ਹੈ ਜੀ ਸ਼ਿਸ਼ੂ ਅਵਸਥਾ ਸਿੱਖਣ ਦਾ ਆਦਰਸ਼ ਕਾਲ ਹੈ, ਕਥਨ ਕਿਸ ਦਾ ਹੈ ਜੀ? ਆਪਸ਼ਨ ਬੀ ਵੈਲੇਂਟਾਈਨ ਦਾ ਜੀ। ਕੁਐਸਚਨ ਨੰਬਰ 23 ਜੀ, ਸਮੂਹ ਬਣਾਉਣ ਦੀ ਪ੍ਰਵਿਰਤੀ ਕਿਸ ਅਵਸਥਾ ਵਿੱਚ ਹੁੰਦੀ ਹੈ? ਆਪਸ਼ਨ ਬੀ ਹੈ ਜੀ ਬਚਪਨ ਜਾਂ ਬਾਲ ਅਵਸਥਾ ਦੇ ਵਿੱਚ ਜਿਹੜੀ ਸਮੂਹ ਬਣਾਉਣ ਦੀ ਪ੍ਰਵਿਰਤੀ ਹੁੰਦੀ ਹੈ, ਬੱਚਾ ਸਮੂਹ ਬਣਾ ਕੇ ਖੇਡਦਾ ਜੀ। ਖੇਡਣ ਦੀ ਉਮਰ ਕਿਹਾ ਜਾਂਦਾ ਹੈ? ਆਪਸ਼ਨ ਬੀ ਜੀ ਬਾਲ ਅਵਸਥਾ ਜਾਂ ਬਚਪਨ ਨੂੰ, ਜਿਵੇਂ ਆਪਾਂ ਹੁਣੇ ਗੱਲ ਕਰਕੇ ਸਮੂਹ ਬਣਾ ਕੇ ਬੱਚੇ ਖੇਡਦੇ ਨੇ ਜੀ। ਕੁਐਸਚਨ ਨੰਬਰ 25 ਹੈ ਜੀ, ਕਿਸ ਨੇ ਕਿਸ਼ੋਰ ਅਵਸਥਾ ਨੂੰ ਸਖਤ ਦਬਾਅ, ਜੱਦੋ ਜਹਿਦ ਅਤੇ ਤੂਫਾਨ ਦੀ ਅਵਸਥਾ ਕਿਹਾ ਜੀ? ਸਟੈਨਲੇ ਹਾਲ। ਆਪਸ਼ਨ ਸੀ ਹੈ ਜੀ ਸਹੀ ਆਨਸਰ। ਬਹੁਤ ਇੰਪੋਰਟੈਂਟ ਕੁਐਸਚਨ ਹੈ,
ਸਟੇਨਲੇ ਹਾਲ। ਕੁਐਸਚਨ ਅਕਸਰ ਇਹ ਆਉਂਦਾ ਕਿ ਦਬਾਅ, ਜੱਦੋ ਜਹਿਦ ਅਤੇ ਤੂਫਾਨ ਦੀ ਅਵਸਥਾ ਕਿਹੜੀ ਹੁੰਦੀ ਹੈ? ਕਿਸ਼ੋਰ ਅਵਸਥਾ। ਬਹੁਤ ਸਾਰੀਆਂ ਚੇਂਜਿਸ ਆਉਂਦੀਆਂ ਨੇ, ਆਪਾਂ ਨੂੰ ਪਤਾ ਹੈ ਇਸ ਪੀਰੀਅਡ ਦੇ ਦੌਰਾਨ ਇਮੋਸ਼ਨ ਦੇ ਵਿੱਚ, ਔਰ ਹੋਰ ਵੀ ਕਈ ਤਰ੍ਹਾਂ ਦੀਆਂ ਸਰੀਰਕ ਤਬਦੀਲੀਆਂ ਆਉਂਦੀਆਂ ਨੇ ਜੀ। ਕੁਐਸਚਨ ਨੰਬਰ 26 ਜੀ, ਕਿਸ ਅਵਸਥਾ ਵਿੱਚ ਦੂਜਿਆਂ ਨਾਲ ਸੰਵੇਗ ਵਡਾਉਣ ਦੀ ਯੋਗਤਾ, ਇਮੋਸ਼ਨ ਜਿਹੜੀ ਵਡਾਉਣ ਦੀ ਯੋਗਤਾ ਆਉਂਦੀ ਹੈ? ਆਪਸ਼ਨ ਏ ਜੀ, ਕਿਸ਼ੋਰ ਅਵਸਥਾ ਦੇ ਵਿੱਚ ਜੀ। ਕੁਐਸਚਨ ਨੰਬਰ 27 ਜੀ, ਕਿਸ਼ੋਰ ਅਤੇ ਕਿਸ਼ੋਰੀਆਂ ਦੀ ਆਵਾਜ਼ ਵਿੱਚ ਜੋ ਅੰਤਰ ਹੁੰਦਾ ਹੈ ਉਸ ਦਾ ਕਾਰਨ ਕੀ ਹੈ? ਆਪਸ਼ਨ ਏ ਹੈ ਜੀ। ਸੋ ਕੁੜੀਆਂ ਅਤੇ ਮੁੰਡਿਆਂ ਦੀ ਆਵਾਜ਼ 'ਚ ਜਿਹੜਾ ਫਰਕ ਹੁੰਦਾ, ਅੰਤਰ ਹੁੰਦਾ, ਕੁੜੀਆਂ ਦੀ ਆਵਾਜ਼ ਥੋੜ੍ਹੀ ਬਰੀਕ ਹੁੰਦੀ ਹੈ, ਮੁੰਡਿਆਂ ਦੀ ਮੋਟੀ ਹੁੰਦੀ ਹੈ। ਕਾਰਨ ਹੈ ਜੀ ਥਾਇਰਾਇਡ ਗ੍ਰੰਥੀ ਦੇ ਵਧਣ ਕਾਰਨ ਜੀ। ਕੁਐਸਚਨ ਨੰਬਰ 28 ਹੈ ਜੀ, ਕਿੰਨੇ ਸਾਲ ਦੀ ਉਮਰ ਵੇਲੇ ਬੱਚਾ ਛੋਟੇ ਛੋਟੇ ਵਾਕ ਬੋਲਣ ਦੀ ਚੇਸ਼ਟਾ ਕਰਦਾ ਹੈ? ਆਪਸ਼ਨ ਏ ਜੀ, 2 ਤੋਂ 3 ਸਾਲ ਦੀ ਉਮਰ ਦੇ ਵਿੱਚ। ਨਾਇਕ ਪੂਜਾ ਇਹ ਵੀ ਹੁੰਦੀ ਹੈ ਜੀ ਕਿਸ਼ੋਰ ਅਵਸਥਾ ਦੇ ਵਿੱਚ। ਬੱਚਾ ਕਿਸੇ ਨਾ ਕਿਸੇ ਹੀਰੋ ਨੂੰ ਜਾਂ ਕਿਸੇ ਲੀਡਰ ਨੂੰ ਆਪਣਾ ਨਾਇਕ ਬਣਾ ਲੈਂਦਾ, ਉਸ ਨੂੰ ਨਾਇਕ ਪੂਜਾ ਕਹਿੰਦੇ ਨੇ। ਸੋ ਕਿਸ਼ੋਰ ਅਵਸਥਾ ਦੇ ਵਿੱਚ ਹੁੰਦਾ ਹੈ ਜੀ। ਕਿਸ ਅਵਸਥਾ ਵਿੱਚ ਵਿਅਕਤੀ ਵਿਖਮ ਲਿੰਗ ਪ੍ਰਤੀ ਵਧੇਰੇ ਰੁਚੀ ਦਿਖਾਉਂਦਾ? ਵਿਰੋਧੀ ਲਿੰਗ ਪ੍ਰਤੀ ਵਧੇਰੀ ਰੁਚੀ ਜਿਹੜੀ ਹੈ, ਜੈਂਡਰ ਪ੍ਰਤੀ ਵਧੇਰੀ ਰੁਚੀ ਦਿਖਾਉਂਦਾ ਜੀ। ਆਪਸ਼ਨ ਏ, ਕਿਸ਼ੋਰ ਅਵਸਥਾ ਦੇ ਵਿੱਚ। ਸੋ ਇਹ ਸੀ ਜੀ ਵੱਖ-ਵੱਖ ਸਟੇਜਿਸ ਦੇ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ। ਨੈਕਸਟ ਆਪਣਾ ਟੌਪਿਕ ਹੈ ਜੀ ਇਨਵਾਇਰਮੈਂਟ ਐਂਡ ਹੈਰੀਡਿਟੀ। ਸੋ ਇਸ ਚੀਜ਼ ਨੂੰ ਆਪਾਂ ਥੋੜ੍ਹਾ ਸਮਝ ਲਈਏ ਜੀ। ਸੋ ਹੈਰੀਡਿਟੀ ਕੀ ਹੁੰਦੀ ਹੈ, ਵੰਸ਼ ਕੀ ਹੁੰਦਾ ਹੈ, ਔਰ ਵੰਸ਼ ਨੂੰ ਇੱਕ ਹੋਰ ਇਹਦੇ ਨਾਲ ਰਿਲੇਟਡ ਟਰਮ ਆਉਂਦੀ ਹੈ ਨੇਚਰ ਅਤੇ ਨਰਚਰ ਜੀ। ਨੇਚਰ ਕਹਿੰਦੇ ਨੇ ਹੈਰੀਡਿਟੀ ਨੂੰ, ਜੋ ਕਦੀ ਵੀ ਬਦਲਦੀ ਨਹੀਂ, ਜੋ ਵੀ ਸਾਨੂੰ ਵੰਸ਼ 'ਚੋਂ ਮਿਲਿਆ। ਦੂਸਰਾ ਹੁੰਦਾ ਹੈ ਨਰਚਰ। ਨਰਚਰ ਕਹਿੰਦੇ ਨੇ ਵਾਤਾਵਰਨ ਨੂੰ, ਜਿਹਨੂੰ ਬਦਲਿਆ ਜਾ ਸਕਦਾ ਹੈ। ਔਰ ਆਪਾਂ ਪਹਿਲਾਂ ਹੀ ਡਿਸਕਸ ਕਰ ਲਿਆ ਕਿ ਜੋ ਵਿਅਕਤੀ ਹੈ ਉਹ ਗੁਣਨਫਲ ਹੈ। ਕਈ ਵਾਰੀ ਕੁਐਸਚਨ ਆਉਂਦਾ ਹੈ ਕਿ ਜਿਹੜਾ ਹੈ ਵਿਅਕਤੀ ਕੀ ਹੈ, ਇੱਦਾਂ ਲਿਖ ਦਿੰਦੇ ਆ ਵੀ ਜਿਵੇਂ ਇੱਥੇ ਲਿਖਿਆ ਜੀ ਹੈਰੀਡਿਟੀ ਪਲੱਸ ਜਿਹੜਾ ਹੈ ਇਨਵਾਇਰਮੈਂਟ, ਜਾਂ ਹੈਰੀਡਿਟੀ ਮਾਈਨਸ ਇਨਵਾਇਰਮੈਂਟ। ਬਟ ਇਹ ਸਾਰਾ ਕੁਛ ਗਲਤ ਹੋਊਗਾ। ਅਸੀਂ ਜੋ ਵੀ ਕੁਛ ਪਹਿਲਾਂ ਹੀ ਡਿਸਕਸ ਹੈ ਕਿ ਆਪਣੀ ਹੈਰੀਡਿਟੀ ਵੰਸ਼ ਔਰ ਵਾਤਾਵਰਨ ਦਾ ਗੁਣਨਫਲ ਆ ਜੀ। ਸੋ ਫਸਟ ਕੁਐਸਚਨ ਹੈ ਜੀ, ਮਾਤਾ ਪਿਤਾ ਦੀਆਂ ਸਰੀਰਕ ਅਤੇ ਮਾਨਸਿਕ ਵਿਸ਼ੇਸ਼ਤਾਵਾਂ ਦਾ ਸੰਤਾਨਾਂ ਵਿੱਚ ਰੂਪਾਂਤਰ ਹੋਣਾ ਵੰਸ਼ ਅਨੁਕਰਮ ਅਖਵਾਉਂਦਾ ਹੈ ਜੀ। ਸੋ ਜੋ ਵੀ ਮਾਤਾ ਪਿਤਾ ਦੇ ਵਿਸ਼ੇਸ਼ਤਾਵਾਂ ਨੇ ਬੱਚੇ ਦੇ ਵਿੱਚ ਹੁੰਦੀਆਂ ਨੇ, ਉਹਨੂੰ ਵੰਸ਼ ਅਨੁਕਰਮ ਕਹਿੰਦੇ ਨੇ, ਹੈਰੀਡਿਟੀ ਕਹਿੰਦੇ ਨੇ। ਕਿਹਾ ਕਿਸ ਨੇ ਜੀ? ਆਪਸ਼ਨ ਏ, ਜੇਮਸ ਡਰੇਵਰ ਨੇ ਜੀ। ਜਦ ਦੇ ਸਿਧਾਂਤ ਦਾ ਨਿਯਮ ਦਾ ਪ੍ਰਤੀਪਾਦਨ ਕਿਸ ਨੇ ਕੀਤਾ ਸੀ ਜੀ? ਤਾਂ ਜਦ ਦੇ ਸਿਧਾਂਤ ਦੇ ਨਿਯਮ ਦਾ ਪ੍ਰਤੀਪਾਦਨ ਕੀਤਾ ਸੀ ਜੀ ਆਪਸ਼ਨ ਡੀ, ਮੈਂਡਲ ਨੇ। ਅਗਲਾ ਕੁਐਸਚਨ ਹੈ ਜੀ, ਜਦ ਦੇ ਨਿਯਮ ਜਾਂ ਸਿਧਾਂਤ ਹੈ ਜਿਹੇ ਮਾਪੇ ਤੇਹੇ ਬੱਚੇ, ਲਾਈਕ ਬੈਜ਼ਟ ਲਾਈਕ, ਅੰਤਰ ਦਾ ਨਿਯਮ, ਲਾ ਆਫ ਵੇਰੀਏਸ਼ਨ, ਪ੍ਰਤੀਗਮਨ ਦਾ ਨਿਯਮ, ਲਾ ਆਫ ਰਿਗਰੈਸ਼ਨ, ਉਪਰੋਕਤ ਸਾਰੇ ਜੀ। ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਉਪਰੋਕਤ ਸਾਰੇ ਜੀ। ਸੋ ਜਦ ਜਾਂ ਖਾਨਦਾਨ ਦੇ 3 ਨਿਯਮ ਸਿਧਾਂਤ ਜਿਹੜੇ ਦਿੱਤੇ ਨੇ, ਉਹਨਾਂ ਦੀ ਪ੍ਰਤੀਪਾਦਨਾ ਮੈਂਡਲ ਨੇ ਕੀਤੀ ਹੈ ਜੀ। ਔਰ ਪਹਿਲਾ ਜਿਹੇ ਮਾਪੇ, ਜਿਵੇਂ ਦੇ ਮਾਪੇ ਹੋਣਗੇ, ਸਿੰਪਲ ਜੀ ਗੱਲ ਹੈ, ਉਵੇਂ ਦੇ ਹੀ ਬੱਚੇ ਹੋਣਗੇ। ਸੁੰਦਰ ਮਾਪਿਆਂ ਦੇ ਸੁੰਦਰ, ਤੀਬਰ ਬੁੱਧੀ ਵਾਲਿਆਂ ਦੇ ਤੀਬਰ ਬੁੱਧੀ, ਮੰਦ ਬੁੱਧੀ ਵਾਲਿਆਂ ਦੇ ਮੰਦ ਬੁੱਧੀ, ਕਰੂਪ ਮਾਪਿਆਂ ਦੇ ਕਰੂਪ ਜੀ। ਔਰ ਪਰ ਕਈ ਵਾਰੀ ਦੇਖਣ ਨੂੰ ਆਉਂਦਾ ਕਿ ਗੋਰੇ ਰੰਗ ਦੇ ਮਾਪਿਆਂ ਦੇ ਬੱਚੇ ਕਾਲੇ ਰੰਗ ਦੇ ਅਤੇ ਤੀਬਰ ਬੁੱਧੀ ਵਾਲੇ ਮਾਪਿਆਂ ਦੇ ਘੱਟ ਤੀਬਰ ਬੁੱਧੀ ਵਾਲੇ ਹੁੰਦੇ ਨੇ। ਇਸ ਲਈ ਪਹਿਲਾ ਨਿਯਮ ਜਿਹੜਾ ਸਰਵਭੌਮਿਕ, ਇਹ ਨਿਯਮ ਜਿਹੜਾ ਪਹਿਲਾ ਹੈ ਇਹ ਜਿਹੜਾ ਯੂਨੀਵਰਸਲ ਨਹੀਂ ਹੈ ਜੀ। ਦੂਜਾ ਅੰਤਰ ਦਾ ਨਿਯਮ, ਇਸ ਨਿਯਮ ਅਨੁਸਾਰ ਬੱਚੇ ਮਾਪਿਆਂ ਦੀ ਠੀਕ ਨਕਲ ਨਹੀਂ ਹੁੰਦੇ, ਬਿਲਕੁਲ ਜਿਹੜਾ ਹੈ ਉਲਟ ਹੋ ਸਕਦੇ ਨੇ, ਗੋਰੇ ਦੇ ਕਾਲੇ, ਤੇਜ਼ ਬੁੱਧੀ ਵਾਲੇ ਦੇ ਘੱਟ ਬੁੱਧੀ। ਪ੍ਰਤੀਗਮਨ ਦਾ ਨਿਯਮ, ਲਾ ਆਫ ਰਿਗਰੈਸ਼ਨ ਜਿਹਨੂੰ ਕਹਿੰਦੇ ਆ। ਸੋ ਇਹ ਸੁਰੇਸ਼ਨ ਨੇ ਕਿਹਾ ਹੈ ਕਿ ਉਹਦੇ ਸ਼ਬਦਾਂ ਵਿੱਚ ਹੈ ਕਿ ਬਹੁਤ ਹੀ ਤੀਬਰ ਬੁੱਧੀ ਵਾਲੇ ਜਿਹੜੇ ਮਾਪੇ ਨੇ ਉਹਨਾਂ ਦੇ ਬੱਚੇ ਘੱਟ ਤੀਬਰ ਬੁੱਧੀ ਵਾਲੇ, ਅਤੇ ਘਟੀਆ ਬੁੱਧੀ ਵਾਲੇ ਮਾਪਿਆਂ ਦੇ ਬੱਚੇ ਘੱਟ ਘਟੀਆ ਬੁੱਧੀ ਵਾਲੇ ਹੋ ਸਕਦੇ ਨੇ ਜੀ। ਸੋ ਇਹਨੂੰ ਜਿਹੜਾ ਹੈ ਪ੍ਰਤੀਗਮਨ ਦਾ ਨਿਯਮ ਕਹਿੰਦੇ ਨੇ। ਸੋ ਇੱਥੇ ਕੁਐਸਚਨ ਜਿਹੜੇ ਬਣਦੇ ਨੇ ਆ ਸਕਦੇ ਨੇ ਵੀ ਅੰਤਰ ਦੇ ਨਿਯਮ ਤੋਂ ਕੀ ਭਾਵ ਹੈ। ਮੇਨ ਜਿਹੜਾ ਪ੍ਰਤੀਗਮਨ ਦਾ ਨਿਯਮ, ਪ੍ਰਤੀਗਮਨ ਦਾ ਜਾਂ ਰਿਗਰੈਸ਼ਨ ਦਾ ਨਿਯਮ ਤੁਸੀਂ ਯਾਦ ਰੱਖਣਾ, ਜਿਹਦੇ ਵਿੱਚ ਜਿਹੜਾ ਉਲਟ ਹੁੰਦਾ, ਤੀਬਰ ਬੁੱਧੀ ਵਾਲਿਆਂ ਦੇ ਘੱਟ ਬੁੱਧੀ ਵਾਲੇ ਔਰ ਘੱਟ ਬੁੱਧੀ ਵਾਲਿਆਂ ਦੇ ਵੱਧ ਬੁੱਧੀ ਵਾਲੇ ਬੱਚੇ ਹੋ ਸਕਦੇ ਨੇ। ਇਸ ਨੂੰ ਪ੍ਰਤੀਗਮਨ ਦਾ ਨਿਯਮ ਕਹਿੰਦੇ ਨੇ। 3 ਨਿਯਮ ਨੇ, ਬਸ ਇਹ ਪੁੱਛਿਆ ਜਾ ਸਕਦਾ ਕਿਹੜੇ ਕਿਹੜੇ ਨਿਯਮ ਨੇ। ਨੈਕਸਟ ਹੈ ਜੀ, ਘੱਟ ਬੁੱਧੀ ਵਾਲੇ ਮਾਪਿਆਂ ਦੇ ਸੰਤਾਨ ਘੱਟ ਬੁੱਧੀ ਵਾਲੀ ਅਤੇ ਤੇਜ਼ ਬੁੱਧੀ ਵਾਲੇ ਮਾਪਿਆਂ ਦੀ ਸੰਤਾਨ ਤੇਜ਼ ਬੁੱਧੀ ਵਾਲੀ ਹੁੰਦੀ। ਕਥਨ ਕਿਸ ਦਾ ਹੈ ਜੀ? ਆਪਸ਼ਨ ਏ, ਗੋਡਾਰਡ ਦਾ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਬੀਜ ਕੋਸ਼ ਦੀ ਨਿਰੰਤਰਤਾ ਦਾ ਸਿਧਾਂਤ ਦਾ ਪ੍ਰਤੀਪਾਦਕ ਬੀਜਮੈਨ ਨੇ ਕੀਤਾ।
ਮਾਤਾ ਪਿਤਾ ਦੇ ਚਰਿੱਤਰ ਦਾ ਪ੍ਰਭਾਵ ਉਸਦੇ ਬੱਚੇ ਉੱਪਰ ਪੈਂਦਾ ਹੈ। ਸੀ ਹੈ ਜੀ ਪੁਰਸ਼ਾਂ ਵਿੱਚ XX ਗੁਣ ਸੂਤਰ ਪਾਇਆ ਜਾਂਦਾ ਹੈ। ਸਾਰੇ ਸਹੀ ਹਨ। ਆਪਸ਼ਨ ਜਿਹੜਾ ਹੈ ਸੀ ਜਿਹੜਾ ਹੈ ਗਲਤ ਹੈ ਜੀ ਇਹਦੇ ਵਿੱਚੋਂ। ਬਾਕੀ ਦੋਨੋਂ ਸਹੀ ਨੇ ਜੀ। ਬੀਜ ਕੋਸ਼ ਦੀ ਨਿਰੰਤਰਤਾ ਦਾ ਸਿਧਾਂਤ ਦਾ ਪ੍ਰਤੀਪਾਦਕ ਬੀਜਮੈਨ ਹੈ ਕਿ ਅੱਗੇ ਤੋਂ ਅੱਗੇ ਚੱਲਦਾ। ਔਰ ਪੁਰਸ਼ ਵਿੱਚ XX ਨਹੀਂ XY ਗੁਣ ਸੂਤਰ ਹੁੰਦੇ ਨੇ। ਇੱਥੇ ਥੋੜ੍ਹੀ ਚੀਜ਼ ਸਮਝ ਲਓ ਜੀ, ਇੰਪੋਰਟੈਂਟ ਹੈ ਕਾਫੀ ਜ਼ਿਆਦਾ। ਸੋ ਜਿਹੜਾ 23 ਜੋੜੇ ਗੁਣ ਸੂਤਰਾਂ ਦੇ ਹੁੰਦੇ ਨੇ ਜੀ, 23 ਜੋੜੇ, 46 ਸਿੰਗਲ ਹੋਣਗੇ। ਯਾਦ ਰੱਖਿਓ, ਜੋੜੇ ਪੁੱਛਿਆ ਪੇਪਰ 'ਚ ਜਾਂ ਸਿੰਗਲ ਪੁੱਛਿਆ, ਇਸ ਚੀਜ਼ 'ਤੇ ਧਿਆਨ ਰੱਖਣਾ। ਔਰ ਥੋੜ੍ਹੀ ਜਿਹੀ ਚੀਜ਼ ਸਮਝ ਲਿਓ ਜੀ, ਇੱਥੇ ਬਹੁਤ ਇੰਪੋਰਟੈਂਟ ਹੈ। ਪੁਰਸ਼ਾਂ ਦੇ ਵਿੱਚ ਜਿਹੜਾ ਹੈ XY ਗੁਣ ਸੂਤਰ ਹੁੰਦੇ ਨੇ ਪੁਰਸ਼ਾਂ ਵਿੱਚ, ਔਰ ਇਸਤਰੀਆਂ ਦੇ ਵਿੱਚ ਜਿਹੜਾ ਹੈ, ਇਸਤਰੀਆਂ ਦੇ ਵਿੱਚ XX ਗੁਣ ਸੂਤਰ ਹੁੰਦੇ ਨੇ ਜੀ। ਸੋ Y ਥੋੜ੍ਹੀ ਉੱਦਾਂ ਦੀ ਬਣ ਗਈ, ਪੁਰਸ਼ XY ਗੁਣ ਸੂਤਰ ਜੀ, ਅਤੇ ਇਸਤਰੀਆਂ XX ਗੁਣ ਸੂਤਰ ਜੀ। ਸੋ ਇੱਥੇ ਹੁਣ ਹੈ ਕਿ ਲਿੰਗ ਨਿਰਧਾਰਤ ਜਿਹੜਾ ਹੈ, ਆਪਾਂ 23 ਜੋੜੇ ਹੁੰਦੇ ਨੇ, 23 ਜੋੜੇ 46 ਜਿਹੜਾ ਹੈ ਗੁਣ ਸੂਤਰ ਹੁੰਦੇ ਨੇ 23 ਜੋੜੇ, ਔਰ 50-50 ਦੋਨਾਂ ਦੇ ਨਾਲ ਜਿਹੜਾ ਹੈ ਅੱਗੇ ਵੰਸ਼ ਜਾਂਦਾ। ਇੱਥੇ ਸਮਝਣ ਵਾਲੀ ਚੀਜ਼ ਇਹ ਆ ਕਿ ਲਿੰਗ ਨਿਰਧਾਰਤ ਜਿਹੜਾ ਹੈ ਕਿ ਬੱਚਾ ਕੁੜੀ ਹੋਏਗਾ ਜਾਂ ਮੁੰਡਾ, ਉਹ ਕੌਣ ਕਰਦਾ? ਪੁਰਸ਼। ਜੇਕਰ XX ਗੁਣ ਸੂਤਰ ਮਿਲਦੇ ਨੇ, XX ਮਿਲਣਗੇ ਤਾਂ ਕੁੜੀ ਹੋਊਗੀ, ਜੇ XY ਮਿਲਦੇ ਨੇ ਤਾਂ ਮੁੰਡਾ ਹੋਊਗਾ। ਕੁਐਸਚਨ ਆ ਜਾਂਦਾ ਕਿ ਲਿੰਗ ਨਿਰਧਾਰਤ ਦੇ ਵਿੱਚ, ਜੈਂਡਰ ਨਿਰਧਾਰਨ ਦੇ ਵਿੱਚ ਜਿਹੜਾ ਹੈ ਮੁੰਡਾ ਹੋਊਗਾ ਜਾਂ ਕੁੜੀ, ਉਸ ਦੇ ਵਿੱਚ ਕਿਸ ਦੀ ਭੂਮਿਕਾ ਹੈ? ਤਾਂ ਪੁਰਸ਼ ਦੀ ਭੂਮਿਕਾ ਰਹੂਗੀ, ਕਿਉਂਕਿ XY ਗੁਣ ਸੂਤਰ ਹੁੰਦੇ ਨੇ ਪੁਰਸ਼ ਦੇ, XX ਗੁਣ ਸੂਤਰ ਹੁੰਦੇ ਨੇ ਇਸਤਰੀ ਦੇ। ਜਦੋਂ ਅਪੋਜ਼ਿਟ ਗੁਣ ਸੂਤਰ ਮਿਲਣਗੇ, ਔਰ ਜਿਹੜਾ ਲਿੰਗ ਨਿਰਧਾਰਨ ਕਰਦਾ ਉਹ 23ਵਾਂ ਜੋੜਾ ਕਰਦਾ ਜੀ। 22 ਜੋੜੇ ਬਿਲਕੁਲ ਸਮਾਨ ਹੁੰਦੇ ਨੇ, ਇਹ ਵੀ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਜੀ। ਸੋ ਉਮੀਦ ਹੈ ਕਿ ਸਮਝ ਆ ਗਿਆ ਹੋਵੇਗਾ। ਨੈਕਸਟ ਹੈ ਜੀ ਕੁਐਸਚਨ ਨੰਬਰ 6, ਅਨੁਵੰਸ਼ਿਕਤਾ ਅਤੇ ਵਾਤਾਵਰਨ ਦੋਵੇਂ ਕੀ ਨੇ ਜੀ? ਆਪਸ਼ਨ ਬੀ ਇੱਕ ਦੂਜੇ ਦੇ ਪੂਰਕ ਨੇ। ਸੋ ਇੱਕ ਚੀਜ਼ ਤੋਂ ਬਿਨਾਂ ਦੂਜੀ ਚੀਜ਼ ਜਿਹੜੀ ਹੈ, ਆਪਾਂ ਪਹਿਲਾਂ ਹੀ ਡਿਸਕਸ ਕਰ ਲਿਆ ਕਿ ਸਹੀ ਵਿਕਾਸ ਨਹੀਂ ਹੋਊਗਾ ਜੇ ਕਿਸੇ ਦੇ ਵਿੱਚ ਵੀ ਕਮੀ ਰਹਿ ਜਾਊ। ਵੰਸ਼ ਕਰਮ ਨਿਰਧਾਰਨ ਕਰਨ ਪਿਤਾ ਅਤੇ ਮਾਤਾ ਪਿਤਾ ਦਾ ਪੱਖ ਕਿੰਨਾ ਕਿੰਨਾ ਹੁੰਦਾ ਜੀ? 50-50, ਆਪਸ਼ਨ ਸੀ। ਨੈਕਸਟ ਹੈ ਜੀ ਗੁਣ ਸੂਤਰ ਹੁੰਦੇ ਨੇ ਕੇਵਲ X, ਕੇਵਲ Y, X ਅਤੇ Y। ਸਹੀ ਆਨਸਰ ਹੈ ਜੀ ਆਪਸ਼ਨ ਸੀ। XY ਪੁਰਸ਼ਾਂ ਦੇ ਵਿੱਚ ਹੁੰਦੇ ਨੇ, ਔਰ XX ਗੁਣ ਸੂਤਰ ਪੁੱਛਿਆ ਇਕੱਲੇ ਤਾਂ XY ਹੋਣਗੇ। ਜੇਕਰ ਇਕੱਲੇ ਪੁੱਛਦਾ ਕਿ ਇਸਤਰੀਆਂ ਦੇ ਗੁਣ ਸੂਤਰ ਹੁੰਦੇ ਨੇ, ਇਸਤਰੀਆਂ ਦੇ XX, ਪੁਰਸ਼ਾਂ ਦੇ XY। ਪੁਰਸ਼ ਵਿੱਚ X ਅਤੇ Y ਗੁਣ ਸੂਤਰ ਹੁੰਦੇ ਨੇ, ਦੋਹਾਂ ਵਿੱਚ ਲੰਬਾ ਗੁਣ ਸੂਤਰ ਹੁੰਦਾ ਹੈ, ਤਾਂ ਆਪਸ਼ਨ ਏ ਹੈ ਜੀ X। ਨੈਕਸਟ ਹੈ ਜੀ ਜਦੋਂ ਸੈੱਲ ਮਿਲਦੇ ਹਨ ਤਾਂ ਅਸੀਂ ਦੱਸ ਸਕਦੇ ਹਾਂ ਕਿ ਬੱਚਾ ਨਰ ਹੋਵੇਗਾ ਜਾਂ ਮਦੀਨ, ਮਧਰਾ ਹੋਵੇਗਾ ਜਾਂ ਲੰਬਾ, ਗੋਰਾ ਹੋਵੇਗਾ ਜਾਂ ਕਾਲਾ, ਜਾਂ ਉਪਰੋਕਤ ਸਾਰੇ ਜੀ। ਡੀ ਆਨਸਰ ਆਊਗਾ। ਸੈੱਲਾਂ ਦੇ ਮਿਲਣ ਤੋਂ ਬਾਅਦ ਉਪਰੋਕਤ ਸਾਰਾ ਕੁਝ ਅਸੀਂ ਦੱਸ ਸਕਦੇ ਹਾਂ। ਕੁਐਸਚਨ ਨੰਬਰ 11 ਜੀ ਕਿਸੇ ਅਨੁਸਾਰ ਜੱਦ ਦਾ 50% ਭਾਗ ਮਾਪਿਆਂ ਨੇ, ਕਿਸ ਮਤਲਬ ਮਨੋਵਿਗਿਆਨੀ ਦੇ ਅਨੁਸਾਰ ਜੱਦ ਦਾ 50% ਭਾਗ ਮਾਪਿਆਂ, 25% ਜਿਹੜਾ ਹੈ ਮਾਂ ਅਤੇ 25% ਪਿਓ ਦਾ ਜੀ, ਔਰ 25% ਜਿਹੜਾ ਹੈ ਬਾਬੇ ਦਾ, ਔਰ 12.5% ਪੜਦਾਦੇ ਦਾ, ਅਤੇ ਇਸ ਤਰ੍ਹਾਂ ਅੱਗੇ ਉਸਦੇ ਅੰਗਾਂ ਦਾ ਕੁੱਲ ਵਿਰਸੇ 1/4, 1/2, 1/4, 1/8, 1/16 ਬਰਾਬਰ 1 ਹੁੰਦਾ ਹੈ। ਸੋ ਕਿਸ ਨੇ ਇਹ ਜਿਹੜੀ ਧਾਰਨਾ ਦਿੱਤੀ? ਗਲਟਨ ਨੇ ਜੀ, ਕਿ ਅੱਗੇ ਵੰਸ਼ ਜਿਹੜਾ ਇਸ ਤਰੀਕੇ ਦੇ ਨਾਲ ਅੱਗੇ ਵੱਧਦਾ 1/2, 1/4, ਯਾਨੀ ਕਿ ਮਾਤਾ ਪਿਤਾ ਦਾ ਅੱਧਾ ਹਿੱਸਾ, ਔਰ 1/4 ਯਾਨੀ ਕਿ 25% ਦਾਦੇ ਦਾਦੀ ਦਾ, ਔਰ ਉਸ ਤੋਂ ਬਾਅਦ ਪੜਦਾਦੇ ਦਾ 12.5%। ਸੋ ਇਸ ਤਰ੍ਹਾਂ ਅੱਗੇ ਜਿਹੜਾ ਚੱਲਦਾ ਜੀ ਗਲਟਨ ਦੇ ਅਨੁਸਾਰ। ਕੁਐਸਚਨ ਨੰਬਰ ਅੱਗੇ ਹੈ ਜੀ 12, ਵਿਰਾਸਤ ਦਾ ਕੁਦਰਤੀ ਚੋਣ, ਥਿਊਰੀ ਆਫ ਨੇਚਰ ਸਿਲੈਕਸ਼ਨ ਕਿਸ ਨੇ ਦਿੱਤਾ? ਆਪਸ਼ਨ ਸੀ ਹੈ ਜੀ ਡਾਰਵਿਨ ਨੇ ਜੀ। ਔਰ ਡਾਰਵਿਨ ਦੇ ਸਿਧਾਂਤ ਅਨੁਸਾਰ ਜੀਵਨ ਦਾ ਵਿਕਾਸ ਅਭਿੰਨਤਾਵਾਂ ਦੀ ਕੁਦਰਤੀ ਚੋਣ ਦੁਆਰਾ ਹੁੰਦਾ ਹੈ, ਜੋ ਕਿ ਵਿਰਾਸਤ ਕਾਰਨ ਹੁੰਦੀ ਹੈ ਜੀ। ਔਰ ਡਾਰਵਿਨ ਜਿਹੜਾ ਹੈ ਵੀਜ਼ਮੈਨ, ਗਾਲਟਨ ਅਤੇ ਮੈਂਡਲ ਨਾਲੋਂ ਇੱਕ ਕਦਮ ਅੱਗੇ ਹੋ ਕੇ ਕਹਿੰਦਾ ਹੈ ਕਿ ਵਿਰਾਸਤ ਵਿੱਚ ਪਰਿਵਰਤਨ ਬੱਚੇ ਵਿੱਚ ਨਵੇਂ ਗੁਣ ਪੈਦਾ ਕਰਨਾ ਹੈ, ਔਰ ਉਹ ਵਾਤਾਵਰਨ ਦੇ ਅੰਗਾਂ ਦੇ ਪ੍ਰਭਾਵ 'ਤੇ ਜ਼ੋਰ ਦਿੰਦਾ ਹੈ ਜੀ। ਅੱਗੇ ਹੈ ਜੀ ਕੁਐਸਚਨ ਨੰਬਰ, ਵਿਰਾਸਤ ਦਾ ਵਿਕਾਸ ਦਾ ਸਿਧਾਂਤ, ਥਿਊਰੀ ਆਫ
ਐਵੋਲੂਸ਼ਨ ਦਿੱਤਾ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਲੇਮਾਰਕ ਨੇ ਜੀ। ਸੋ ਲੇਮਾਰਕ ਨੇ ਸਿਧਾਂਤ ਇਹ ਦਿੱਤਾ ਹੈ ਜੀ। ਅੱਗੇ ਆ ਜੀ, ਡੈਸ਼ ਦੇ ਦੁਆਰਾ ਮਾਤਾ ਪਿਤਾ ਤੇ ਆਪਣੇ ਅਤੇ ਆਪਣੇ ਪੁਰਖਾਂ ਦੇ ਗੁਣ ਪੁੱਤਰ ਜਾਂ ਪੁੱਤਰੀਆਂ ਵਿੱਚ ਆਉਂਦੇ ਨੇ, ਤਾਂ ਉਹ ਆਉਂਦੇ ਨੇ ਜੀ ਆਪਸ਼ਨ ਬੀ, ਜੀਨਸ ਦੁਆਰਾ ਜੀ। ਜੀਨਸ ਦੁਆਰਾ ਯਾਦ ਰੱਖਣਾ ਕਿ ਅੱਗੇ ਜਿਹੜੇ ਗੁਣ ਨੇ ਉਹ ਆਉਂਦੇ ਨੇ ਜੀ। ਯਾਦ ਰੱਖਣਾ ਕਿ ਹਰੇਕ ਜਿਹੜਾ ਗੁਣ ਸੂਤਰ ਹੈ ਉਸ ਦੇ ਵਿੱਚ 40 ਤੋਂ ਲੈ ਕੇ 100 ਤੱਕ, 100 ਤੋਂ ਉੱਪਰ ਦੇ ਜਿਹੜੇ ਜੀਨਸ ਨੇ ਉਹ ਹੁੰਦੇ ਨੇ, ਜੋ ਕਿ ਜਦ ਦੇ ਵਾਹਕ ਨੇ ਜੀ, ਕੈਰੀਅਰਸ ਕਹਿ ਸਕਦੇ ਹਾਂ ਆਪਾਂ। ਸੋ ਜੇਕਰ ਪੁੱਛਿਆ ਜਾਏ ਕਿ ਜਦ ਦੇ ਵਾਹਕ ਕੌਣ ਨੇ, ਤਾਂ ਜੀਨਸ ਨੇ ਜੀ ਜਦ ਦੇ ਵਾਹਕ। ਔਰ ਗੁਣ ਸੂਤਰ ਦਾ ਵੀ ਯਾਦ ਰੱਖਣਾ ਹੈ ਕਿ ਗੁਣ ਸੂਤਰ ਜਿਹੜਾ ਕ੍ਰੋਮੋਜ਼ੋਮ 2 ਸ਼ਬਦਾਂ ਤੋਂ ਮਿਲ ਕੇ ਬਣਿਆ ਜੀ। ਕ੍ਰੋਮੋਜ਼ੋਮਸ, ਕ੍ਰੋਮੋ ਦਾ ਅਰਥ ਹੈ ਰੰਗ ਤੇ ਸੋਮਾ ਦਾ ਅਰਥ ਹੈ ਪਿੰਡ ਜੀ, ਬਾਡੀ। ਸੋ ਕ੍ਰੋਮੋਜ਼ੋਮ ਦਾ ਮਤਲਬ ਹੈ ਰੰਗਦਾਰ ਪਿੰਡ ਜਾਂ ਰੰਗਦਾਰ ਬਾਡੀ। ਔਰ ਇਸ ਨੂੰ ਜਿਹੜਾ ਹੈ ਸੂਖਮਦਰਸ਼ੀ ਯੰਤਰ ਦੁਆਰਾ ਦੇਖਿਆ ਜਾ ਸਕਦਾ ਹੈ ਜੀ। ਔਰ ਗੁਣ ਸੂਤਰ ਆਪਾਂ ਪਹਿਲੇ ਡਿਸਕਸ ਕਰ ਲਿਆ ਜੀ। ਗੁਣ ਸੂਤਰ ਜੋੜਿਆਂ ਵਿੱਚ ਹੁੰਦੇ ਨੇ। ਹਰ ਜੋੜੇ ਦੇ ਮੈਂਬਰ ਦੀ ਜਿਹੜੀ ਸ਼ਕਲ ਸੂਰਤ ਹੈ ਉਹ ਇੱਕੋ ਜਿਹੀ ਹੁੰਦੀ ਹੈ ਜੀ। ਸੋ ਇੱਕ ਆਪਾਂ ਪਹਿਲਾਂ ਹੀ ਡਿਸਕਸ ਕਰ ਲਿਆ ਜੀ, ਗਰਭਵਤ ਇਸਤਰੀ ਰੱਜ ਦੇ ਵਿੱਚ ਗੁਣ ਸੂਤਰਾਂ ਦੇ ਇੱਕ ਜਿਹੜੇ ਨੇ 46 ਜੋੜੇ ਹੁੰਦੇ ਨੇ, ਜਿਸ ਦੇ ਵਿੱਚ 46 ਹੁੰਦੇ ਨੇ, 23 ਮਾਤਾ ਵੱਲੋਂ ਅਤੇ 23 ਪਿਤਾ ਵੱਲੋਂ। ਅੱਗੇ ਹੈ ਜੀ, ਮਨੁੱਖੀ ਵਿਕਾਸ ਕਿੰਨਾ 2 ਕਾਰਕਾਂ 'ਤੇ ਨਿਰਭਰ ਕਰਦਾ ਹੈ? ਤਾਂ ਆਪਸ਼ਨ ਬੀ ਹੈ ਜੀ, ਜੈਵਿਕ ਅਤੇ ਸਮਾਜਿਕ। ਯਾਨੀ ਕਿ ਜੈਵਿਕ ਮਤਲਬ ਹੈਰੀਡਿਟੀ ਅਤੇ ਸਮਾਜਿਕ ਮਤਲਬ ਇਨਵਾਇਰਮੈਂਟ। ਨੈਕਸਟ ਹੈ ਜੀ, ਵਾਤਾਵਰਨ ਉਹ ਬਾਹਰੀ ਸ਼ਕਤੀ ਹੈ ਜੋ ਸਾਨੂੰ ਪ੍ਰਭਾਵਿਤ ਕਰਦੀ ਹੈ। ਕਥਨ ਕਿਸ ਦਾ ਜੀ? ਵਾਤਾਵਰਨ ਕੀ, ਇਨਵਾਇਰਮੈਂਟ ਕੀ ਹੈ? ਬਾਹਰੀ ਪਾਵਰ ਹੈ, ਸ਼ਕਤੀ ਹੈ ਜਿਹੜੀ ਸਾਨੂੰ ਪ੍ਰਭਾਵਿਤ ਕਰਦੀ ਹੈ। ਕਿਸ ਦੇ ਅਨੁਸਾਰ? ਰਾਸ ਦੇ ਅਨੁਸਾਰ। ਸ਼ਖਸੀਅਤ ਮੇਲ ਹੈ, ਆਪਸ਼ਨ ਡੀ, ਵੰਸ਼ ਤੇ ਵਾਤਾਵਰਨ ਦਾ ਜੀ। ਪਰਸਨੈਲਿਟੀ ਕਿਸ ਦਾ ਮੇਲ ਹੈ? ਵੰਸ਼ ਤੇ ਵਾਤਾਵਰਨ ਦਾ। ਵਾਤਾਵਰਨ ਦੀਆਂ ਕਿਸਮਾਂ ਕਿੰਨੀਆਂ ਨੇ? 4 ਨੇ ਜੀ। ਭੌਤਿਕ, ਬੌਧਿਕ ਤੇ ਸਮਾਜਿਕ ਤੇ ਜਜ਼ਬਾਤੀ ਜੀ। ਨੈਕਸਟ ਹੈ ਜੀ, ਵਾਤਾਵਰਨ ਦਾ ਜ਼ਿਆਦਾ ਅਸਰ ਪੈਂਦਾ ਹੈ, ਆਪਸ਼ਨ ਬੀ ਹੈ ਜੀ, ਬੌਧਿਕ ਵਿਕਾਸ 'ਤੇ। ਸਰੀਰਕ ਵਿਕਾਸ ਹੋ ਹੀ ਜਾਣਾ ਜੀ, ਜਿੰਨਾ ਹੈਰੀਡਿਟੀ ਵੱਲੋਂ ਮਿਲਿਆ ਆਪਾਂ ਨੂੰ, ਕੱਦ ਮਤਲਬ ਜਿਸ ਤਰ੍ਹਾਂ ਕੱਦ ਕਾਠ ਵਗੈਰਾ, ਬਟ ਬੌਧਿਕ ਵਿਕਾਸ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਵਾਤਾਵਰਨ ਦਾ ਜੀ। ਖਰ ਦਿਮਾਗ, ਫੇਬਲ ਮਾਈਂਡਡ ਜਿਹੜੇ ਨੇ, ਉੱਪਰ ਅਧਿਐਨ ਸਿੱਧ ਕਰਦਾ ਹੈ ਕਿ ਖਰ ਦਿਮਾਗ ਦਾ 80% ਹਿੱਸਾ ਮਿਲਦਾ ਹੈ, 80% ਜਿਹੜਾ ਹੈ ਵਿਰਾਸਤ ਤੋਂ ਮਿਲਦਾ ਜੀ। ਖਰ ਦਿਮਾਗ ਫੇਬਲ ਮਾਈਂਡਡ ਜਿਹੜੇ ਹੁੰਦੇ ਨੇ ਜੀ। ਨੈਕਸਟ ਹੈ ਜੀ, ਵੈਜਵੁੱਡ ਡਾਰਵਿਨ ਪ੍ਰਵਾਨ ਦਾ ਅਧਿਐਨ ਕਿਸ ਨੇ ਕੀਤਾ? ਆਪਸ਼ਨ ਸੀ ਹੈ ਜੀ, ਗਾਲਟਨ ਨੇ ਜੀ। ਨੈਕਸਟ ਹੈ ਜੀ, ਗਾਲਟਨ ਦਾ ਅਧਿਐਨ ਕਿਸ ਨੇ ਜਾਰੀ ਰੱਖਿਆ ਅੱਗੇ? ਆਪਸ਼ਨ ਡੀ ਹੈ ਜੀ, ਕਾਰਲ ਪੀਅਰਸਨ ਨੇ। ਸੋ ਇਹ ਕੁਝ ਪਰਿਵਾਰਾਂ 'ਤੇ ਅਧਿਐਨ ਕੀਤੇ ਗਏ ਸਨ ਕਿ ਵਾਤਾਵਰਨ ਦਾ ਕੀ ਪ੍ਰਭਾਵ ਪੈਂਦਾ। ਜਿਊਕ ਪਰਿਵਾਰ ਦਾ ਅਧਿਐਨ ਕਿਸ ਨੇ ਕੀਤਾ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਡਗਲੈਟ ਨੇ ਜੀ। ਨੈਕਸਟ ਹੈ ਜੀ, ਕੈਲੀਕਾਕ ਪਰਿਵਾਰ ਦਾ ਅਧਿਐਨ ਕਿਸ ਨੇ ਕੀਤਾ? ਆਪਸ਼ਨ ਡੀ ਹੈ ਜੀ, ਗੋਰਡਡ ਨੇ। ਸੋ ਸੈਨਿਕ ਪਰਿਵਾਰ ਸੀ ਇੱਕ ਕੈਲੀਕਾਕ ਪਰਿਵਾਰ ਜਿਹੜਾ, ਜਿਸ ਦਾ ਅਧਿਐਨ ਗੋਰਡਡ ਨੇ ਕੀਤਾ ਸੀ। ਕਿਸ ਨੇ ਚੂਹਿਆਂ 'ਤੇ ਪ੍ਰਯੋਗ ਕਰਕੇ ਸਿੱਟਾ ਕੱਢਿਆ ਕਿ ਚੂਹੇ ਵੀ ਮਾਨਸਿਕ ਰੂਪ 'ਤੇ ਭਿੰਨ ਹੁੰਦੇ ਨੇ? ਤਾਂ ਸਹੀ ਆਨਸਰ ਹੈ ਜੀ ਆਪਸ਼ਨ ਬੀ, ਪ੍ਰੋਫੈਸਰ ਟਰਿਊਨ ਨੇ ਜੀ, 1940 ਦੇ ਵਿੱਚ। ਅਗਲਾ ਕੁਐਸਚਨ ਹੈ ਜੀ, ਹੋਗੋ ਮੱਛੀ ਦੀ ਉਦਾਹਰਨ ਕਿਸ ਨੇ ਦਿੱਤੀ ਸੀ? ਆਪਸ਼ਨ ਉਦਾਹਰਨ ਕਿਉਂ ਦਿੱਤੀ ਜਾਂਦੀ ਹੈ? ਵਾਤਾਵਰਨ ਦੇ ਪ੍ਰਭਾਵ ਦੇ ਲਈ। ਸੋ ਹੋਗੋ ਮੱਛੀ 'ਤੇ ਵਾਤਾਵਰਨ ਦਾ ਪ੍ਰਭਾਵ ਕੀ ਪੈਂਦਾ ਹੈ? ਜੇ ਇਸ ਮੱਛੀ ਦੇ ਆਂਡਿਆਂ ਨੂੰ ਅਸਧਾਰਨ ਤਾਪਕਰਮ ਵਿੱਚ ਰੱਖਿਆ ਜਾਵੇ, ਯਾਨੀ ਕਿ ਜ਼ਿਆਦਾ ਤਾਪਕਰਮ ਦੇ ਵਿੱਚ ਰੱਖਿਆ ਜਾਵੇ, ਤਾਂ ਇਹਦੇ ਬੱਚਿਆਂ ਦੀ 2 ਦੀ ਥਾਂ 'ਤੇ 1 ਅੱਖ ਹੋਵੇਗੀ। ਸੋ ਇਹ ਵਾਤਾਵਰਨ ਦਾ ਨਤੀਜਾ ਜੀ। ਜੇਕਰ ਫਰੂਟ ਮੱਖੀ ਦੇ ਅਸਧਾਰਨ ਤਾਪਕਰਮ ਵਿੱਚ ਬੱਚੇ ਪ੍ਰਾਪਤ ਕੀਤੇ ਜਾਣ ਤਾਂ ਕੀ ਹੋਵੇਗਾ? ਸਹੀ ਆਨਸਰ ਹੈ ਜੀ ਆਪਸ਼ਨ ਬੀ, 6 ਤੋਂ ਜ਼ਿਆਦਾ ਉਸਦੀਆਂ ਜਿਹੜੀਆਂ ਲੱਤਾਂ ਹੋਣਗੀਆਂ। ਇਹ ਵੀ ਵਾਤਾਵਰਨ ਦਾ ਪ੍ਰਭਾਵ ਹੈ ਜੀ। ਸੋ ਵਾਤਾਵਰਨ ਦੇ ਪ੍ਰਭਾਵ ਲਈ ਉਦਾਹਰਨਾਂ ਨੇ ਜੀ, ਮੁਰੇ ਟਾਪੂਆਂ ਦੇ ਵਾਸੀਆਂ ਦੀ ਭਾਸ਼ਾ ਵਿੱਚ ਡੈਸ਼ ਤੋਂ ਵੱਧ ਗਿਣਨ ਵਾਲੇ ਸ਼ਬਦ ਨਹੀਂ ਸਨ। ਆਪਸ਼ਨ ਬੀ, 6 ਤੋਂ ਜੀ, 6 ਤੋਂ ਜ਼ਿਆਦਾ ਉਹਨਾਂ ਨੂੰ ਜਿਹੜਾ ਵਾਤਾਵਰਨ ਦਾ ਐਸਾ ਪ੍ਰਭਾਵ ਸੀ ਕਿ 6 ਤੋਂ ਜ਼ਿਆਦਾ ਗਿਣਨ ਵਾਲੇ ਸ਼ਬਦ ਉਹਨਾਂ ਦੇ ਕੋਲ ਨਹੀਂ ਸੀ। ਸੰਨ 1920 ਵਿੱਚ ਭੇੜੀਏ ਦੁਆਰਾ ਪਾਲੇ ਗਏ 2 ਬੱਚਿਆਂ ਸੰਬੰਧੀ ਜਾਣਕਾਰੀ ਮਿਲੀ। ਆਪਸ਼ਨ ਡੀ ਜੀ, ਪੱਛਮੀ ਬੰਗਾਲ ਦੇ ਵਿੱਚ ਅਮਲਾ ਅਤੇ ਕਮਲਾ ਸੀ ਜੀ। ਔਰ ਇਹਨਾਂ ਦੇ ਜਿਹੜੇ ਫਿਰ ਲੱਛਣ ਸੀ ਭੇੜੀਏ ਨਾਲ ਰਹਿਣ ਕਰਕੇ ਉੱਦਾਂ ਦੇ ਹੀ ਸਨ ਜੀ।
ਕਿਸ ਨੇ ਬੱਚਿਆਂ ਨੂੰ ਸਮਾਜ ਤੋਂ ਦੂਰ ਰੱਖ ਕੇ ਗੂੰਗੀਆਂ ਨਰਸਾਂ ਦੇ ਸਪੁਰਦ ਕਰ ਦਿੱਤਾ? ਆਪਸ਼ਨ ਸੀ ਹੈ ਜੀ ਅਖਤਰ ਨੇ ਜੀ। ਸੋ ਇਹਨਾਂ ਨੇ ਜਿਹੜੇ ਹੈ ਖੋਜਾਂ ਕੀਤੀਆਂ ਕਿ ਵਾਤਾਵਰਨ ਦਾ ਕੀ ਪ੍ਰਭਾਵ ਪੈਂਦਾ। ਡਿਟੇਲ ਦੇ ਵਿੱਚ ਪਹਿਲਾਂ ਕੀਤਾ ਹੋਇਆ, ਇਸ ਕਰਕੇ ਜਲਦੀ 'ਚ ਕਰਾਂਗੇ ਜੀ। ਕਿਸ ਮਨੋਵਿਗਿਆਨੀ ਨੇ 10 ਮਹੀਨੇ ਦੇ ਚੰਪੈਂਜੀ ਗੋਆ ਨੂੰ ਆਪਣੇ ਪੁੱਤਰ ਡੋਨਾਲਡ 7 ਮਹੀਨੇ ਦੇ ਨਾਲ ਸਿੱਖਿਆ ਦਿੱਤੀ? ਆਪਸ਼ਨ ਡੀ ਹੈ ਜੀ ਕੈਲੋਕ ਨੇ। ਸੋ ਕੁਛ ਚੀਜ਼ਾਂ ਉਹ ਸਿੱਖ ਵੀ ਗਿਆ ਸੀ, ਬਟ ਜਦ ਨਾ ਹੋਣ ਕਰਕੇ ਪੂਰਾ ਉਹ ਮਨੁੱਖਾਂ ਵਾਂਗ ਨਹੀਂ ਬਣ ਸਕਿਆ। ਹੈਰੀਡਿਟੀ ਔਰ ਵਾਤਾਵਰਨ ਦੋਨਾਂ ਦਾ ਮੇਲ ਆ, ਯਾਦ ਰੱਖਣਾ ਬਸ। ਕਿਸ ਨੇ ਮਾਬੇਲ ਅਤੇ ਮੈਰੀ ਨਾਮਕ 2 ਜੁੜਵਾਂ ਭੈਣਾਂ ਉੱਪਰ ਪ੍ਰਯੋਗ ਕੀਤੇ? ਆਪਸ਼ਨ ਸੀ ਹੈ ਜੀ ਨਿਊਮੈਨ ਨੇ। ਨੈਕਸਟ ਹੈ ਜੀ, ਕਿਸ ਦੇ ਅਨੁਸਾਰ ਬੱਚੇ ਦਾ ਮਨ ਕੋਰੀ ਸਲੇਟ ਹੁੰਦਾ ਹੈ? ਆਪਸ਼ਨ ਸੀ ਹੈ ਜੀ ਲਾਕ ਦੇ ਅਨੁਸਾਰ ਬੱਚੇ ਦਾ ਮਨ ਕੋਰੀ ਸਲੇਟ ਹੁੰਦਾ ਹੈ ਜੀ। ਕਿਸ ਦੇ ਅਨੁਸਾਰ ਸਿੱਖਿਆ ਸਭ ਸਮਾਜਿਕ ਰੋਗਾਂ ਦਾ ਅਚੂਕ ਦਵਾਈ ਹੈ? ਆਪਸ਼ਨ ਡੀ ਹੈ ਜੀ ਹਰਬਰਟ। ਨੈਕਸਟ ਹੈ ਜੀ, ਵਿਅਕਤੀ ਜਦ ਅਤੇ ਵਾਤਾਵਰਨ ਦੀ ਸਾਂਝੀ ਉਪਜ ਹੈ, ਜਿਵੇਂ ਕਿ ਆਇਤ ਆਪਣੀ ਲੰਬਾਈ ਅਤੇ ਚੌੜਾਈ ਤੋਂ ਬਣਦਾ ਹੈ। ਸਹੀ ਆਨਸਰ ਹੈ ਜੀ ਆਪਸ਼ਨ ਡੀ ਵੁੱਡਵਰਥ ਦੇ ਸ਼ਬਦ ਨੇ ਜੀ ਇਹ। ਨੈਕਸਟ ਹੈ ਜੀ, ਜੀਨ ਪਿਆਜੇ ਦਾ ਜਨਮ ਹੋਇਆ। ਸੋ ਥਿਊਰੀ ਹੈ ਜੀ ਆਪਣੀ ਅੱਗੇ ਜੀਨ ਪਿਆਜੇ ਦੀ। ਸੋ ਜੀਨ ਪਿਆਜੇ ਦਾ ਜਨਮ ਜਿਹੜਾ ਹੈ ਆਪਸ਼ਨ ਏ 9 ਅਗਸਤ 1986 ਨੂੰ, ਔਰ ਸਵਿਟਜ਼ਰਲੈਂਡ ਦੇ ਮਨੋਵਿਗਿਆਨੀ ਸੀ। ਸੋ ਸਿੰਪਲ ਜੀ ਗੱਲ ਸੀ, ਇੱਦਾਂ ਦੇ ਕੁਐਸਚਨ ਵੈਸੇ ਘੱਟ ਆਉਂਦੇ ਆ। ਔਰ ਜੀਨ ਪਿਆਜੇ ਦਾ ਸਿਧਾਂਤ ਵਿਵਹਾਰ ਦੇ ਕਿਹੜੇ ਪੱਖ ਨਾਲ ਸੰਬੰਧਿਤ ਹੈ ਜੀ? ਆਪਸ਼ਨ ਏ ਜੀ ਕੋਗਨੈਟਿਵ ਡਿਵੈਲਪਮੈਂਟ ਦਾ ਸਿਧਾਂਤ ਦਿੱਤਾ ਜੀ, ਗਿਆਨਾਤਮਕ ਵਿਵਹਾਰ ਦੇ ਨਾਲ ਸੰਬੰਧਿਤ ਹੈ ਜੀ। ਔਰ ਜੀਨ ਪਿਆਜੇ ਦੇ ਸਿਧਾਂਤ ਨੂੰ ਯਾਦ ਰੱਖਣਾ ਸਟੇਜ ਦਾ ਸਿਧਾਂਤ ਵੀ ਕਿਹਾ ਜਾਂਦਾ, ਕਿਉਂਕਿ ਉਸਨੇ ਵੱਖ-ਵੱਖ ਸਟੇਜਾਂ ਦੇ ਵਿੱਚ ਬੱਚੇ ਨੂੰ ਵੰਡ ਕੇ ਜਿਹੜਾ ਹੈ ਉਸ ਦਾ ਗਿਆਨਾਤਮਕ ਵਿਕਾਸ ਕਿਸ ਸਟੇਜ ਦੇ ਵਿੱਚ ਕਿੱਦਾਂ ਹੁੰਦਾ ਉਸ ਬਾਰੇ ਜਾਣਕਾਰੀ ਦਿੱਤੀ ਜੀ। 4 ਸਟੇਜਾਂ ਦੱਸੀਆਂ ਨੇ ਉਸਨੇ, ਡਿਸਕਸ ਕਰਾਂਗੇ ਅੱਗੇ। ਔਰ ਯਾਦ ਰੱਖਣਾ ਸਟੇਜ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ, ਜਾਂ ਕੋਗਨੇਟਿਵ ਡਿਵੈਲਪਮੈਂਟ ਦਾ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ? ਜੀਨ ਪਿਆਜੇ ਦੁਆਰਾ ਦਿੱਤਾ ਗਿਆ। ਸੋ ਪਿਆਜੇ ਬਾਰੇ ਹੋਰ ਜੇਕਰ ਆਪਾਂ ਗੱਲ ਕਰੀਏ ਤਾਂ ਬੱਚੇ ਨੂੰ ਨੰਨੇ ਜਿਹੜਾ ਹੈ ਵਿਗਿਆਨੀ ਕਹਿੰਦਾ ਹੈ ਜੀ। ਔਰ ਗਿਆਨਾਤਮਕ ਵਿਕਾਸ ਹੁੰਦਾ ਕੀ ਹੈ ਜੀ? ਗਿਆਨਾਤਮਕ ਵਿਕਾਸ ਮਤਲਬ ਮਾਨਸਿਕ ਯੋਗਤਾਵਾਂ ਨਾਲ ਸਮੱਸਿਆਵਾਂ ਨਾਲ ਸਮਝ ਪੈਦਾ ਕਰਨ ਦਾ ਜਿਹੜਾ ਉਹਦਾ ਗਿਆਨ ਦੇ ਵਿੱਚ ਵਾਧਾ ਹੈ ਜੀ। ਸਮੱਸਿਆ ਦਾ ਸਮਾਧਾਨ ਸਮਝ ਦੇ ਨਾਲ ਸੰਬੰਧਿਤ ਜਿਹੜਾ ਵਿਕਾਸ ਹੈ ਉਸ ਨੂੰ ਕੋਗਨੈਟਿਵ ਡਿਵੈਲਪਮੈਂਟ ਕਿਹਾ ਜਾਂਦਾ ਹੈ ਜੀ। ਪਰ ਪਿਆਜੇ ਕਹਿੰਦਾ ਕਿ ਬੱਚੇ ਜਿਹੜਾ ਗਿਆਨ ਦਾ ਨਿਰਮਾਣ ਬੱਚਾ ਕਰ ਸਕਦਾ, ਖਾਲੀ ਬਰਤਨ ਨਹੀਂ ਹੈ ਬੱਚਾ, ਕੋਰਾ ਕਾਗਜ਼ ਬੱਚਾ ਨਹੀਂ ਹੈ। ਬੱਚੇ ਸੋਚ ਸਕਦੇ ਹਨ ਵੱਡਿਆਂ ਜਿੰਨਾ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਪਿਆਜੇ ਅਨੁਸਾਰ ਗਿਆਨਾਤਮਕ ਵਿਕਾਸ ਦੇ ਪੜਾਅ ਕਿੰਨੇ ਨੇ ਜੀ? 4 ਪੜਾਅ ਨੇ। ਪਿਆਜੇ ਬੱਚੇ ਦੀ ਸਿੱਖਿਆ ਨੂੰ ਉਸਦੇ ਗਿਆਨਾਤਮਕ ਢਾਂਚੇ 'ਤੇ ਕੰਮ ਕਰਨ ਦੇ ਪੱਧਰ ਅਨੁਸਾਰ ਢਾਲਣ ਦਾ ਸਮਰਥਨ ਕਰਦਾ ਹੈ। ਇਸ ਸੰਕਲਪ ਨੂੰ ਕੀ ਕਹਿੰਦੇ ਨੇ? ਆਪਸ਼ਨ ਸੀ ਹੈ ਜੀ ਵਿਦਿਆਰਥੀ ਕੇਂਦਰੀ ਸਿੱਖਿਆ ਜੀ। ਚਾਈਲਡ ਸੈਂਟਰ ਐਜੂਕੇਸ਼ਨ ਦਾ ਜਿਹੜਾ ਹਮਾਇਤੀ ਹੈ ਪਿਆਜੇ, ਔਰ ਆਪਣੇ ਬੱਚਿਆਂ 'ਤੇ ਹੀ ਉਸਨੇ ਪ੍ਰਯੋਗ ਕੀਤੇ ਸੀ ਜੀ। ਪਿਆਜੇ ਨੇ ਪੂਰਵ ਧਾਰਨਾ ਰੱਖੀ ਕਿ ਮਨੁੱਖ ਸਰੀਰ ਦੇ ਅੰਗਾਂ ਦੀ ਤਰ੍ਹਾਂ ਮਨੁੱਖ ਦੇ ਮਨ ਦੇ ਡੈਸ਼ ਪੱਖ ਹਨ। ਕਿੰਨੇ ਪੱਖ ਨੇ ਜੀ? 2 ਪੱਖ ਦੱਸੇ ਨੇ ਪਿਆਜੇ ਨੇ ਮਨੁੱਖੀ ਮਨ ਦੇ ਜੀ। ਪੂਰਵ ਕਾਰਜਾਤਮਕ ਅਵਸਥਾ ਜਾਂ ਪੂਰਵ ਕਿਰਿਆ ਪ੍ਰਣਾਲੀ ਪ੍ਰੀ ਆਪਰੇਸ਼ਨਲ ਸਟੇਜ ਅਵਸਥਾ ਕਿਹੜੀ ਹੁੰਦੀ ਹੈ ਜੀ? ਆਪਸ਼ਨ ਸੀ ਹੈ ਜੀ 2 ਤੋਂ 7 ਸਾਲ ਦੀ ਉਮਰ ਨੂੰ ਜਿਹੜਾ ਹੈ ਪ੍ਰੀ ਆਪਰੇਸ਼ਨਲ ਸਟੇਜ ਕਿਹਾ ਜਾਂਦਾ ਪਿਆਜੇ ਦੇ ਅਨੁਸਾਰ ਜੀ। ਪਿਆਜੇ ਅਨੁਸਾਰ ਕਿਸ ਉਮਰ ਵਿੱਚ ਬੱਚੇ ਬਾਹਰਲੀ ਚੀਜ਼ਾਂ ਵੱਲ ਪ੍ਰਤੀਕਿਰਿਆ ਕਰਨ ਯੋਗ ਹੋ ਜਾਂਦੇ ਨੇ? ਆਪਸ਼ਨ ਬੀ ਹੈ ਜੀ 8 ਮਹੀਨੇ ਦੇ। ਨੈਕਸਟ ਹੈ ਜੀ, ਸੰਵੇਦੀ ਚਾਲਕ ਜਾਂ ਸੰਵੇਦਿਕ ਗਤੀ ਜਾਂ ਇੰਦਰੀ ਜਨਗਾਮਕ ਸੈਂਸਰੀ ਮੋਟਰ ਪੀਰੀਅਡ ਅਵਸਥਾ ਕਿਹੜੀ ਹੈ ਜੀ? ਆਪਸ਼ਨ ਡੀ ਇਹਨਾਂ ਵਿੱਚੋਂ ਕੋਈ ਨਹੀਂ ਹੈਗੀ ਜੀ। 0 ਤੋਂ 2 ਸਾਲ ਦੀ ਜਿਹੜੀ ਫਸਟ ਏਜ ਹੈ ਬੱਚੇ ਦੀ, ਉਸ ਨੂੰ ਪਿਆਜੇ ਨੇ ਸੈਂਸਰੀ ਮੋਟਰ ਸਟੇਜ ਜਿਹੜਾ ਹੈ ਕਿਹਾ ਹੈ ਜੀ। ਇੱਕ 6 ਵਰ੍ਹੇ ਦੇ ਬੱਚੇ ਨੂੰ ਇੱਕ ਨਵਾਂ ਖਿਡੌਣਾ ਦਿੱਤਾ ਜਾਂਦਾ, ਉਹ ਖਿਡੌਣੇ ਨੂੰ ਮੂੰਹ ਅੰਦਰ ਰੱਖ ਕੇ ਪ੍ਰਤੀਕਿਰਿਆ ਕਰਦਾ ਹੈ। ਇਸ ਨੂੰ ਕੀ ਕਹਿੰਦੇ ਨੇ? ਆਪਸ਼ਨ ਸੀ ਹੈ ਜੀ ਆਤਮ ਸਾਤ ਜੀ। ਸੋ ਆਤਮ ਸਾਤ ਮਤਲਬ ਐਸੀਮੀਲੇਸ਼ਨ ਜੀ, ਨਵੀਂ ਜਾਣਕਾਰੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਬੱਚਾ। ਨੈਕਸਟ ਹੈ ਜੀ, ਮੂਰਤ ਕਾਰਜਾਤਮਕ ਅਵਸਥਾ ਜਾਂ ਸਥੂਲ ਕਿਰਿਆ ਪ੍ਰਣਾਲੀ ਕੰਕਰੀਟ ਆਪਰੇਸ਼ਨ ਅਵਸਥਾ ਕਿਹੜੀ ਹੁੰਦੀ ਹੈ ਜੀ? ਆਪਸ਼ਨ ਸੀ 7 ਤੋਂ 11 ਸਾਲ ਦੀ ਉਮਰ ਜਿਹੜਾ ਉਸ ਨੂੰ ਪਿਆਜੇ ਕੰਕਰੀਟ ਆਪਰੇਸ਼ਨਲ ਸਟੇਜ ਜਿਹੜਾ ਹੈ ਕਹਿੰਦਾ ਹੈ ਜੀ।
ਨੈਕਸਟ ਹੈ ਜੀ ਡੈਸ਼ ਨਿਰਮਾਣਵਾਦੀ ਢਾਂਚੇ ਦਾ ਸਿਰਜਕ ਹੈ ਜੀ ਪਿਆਜੇ। ਆਪਸ਼ਨ ਸੀ ਸਹੀ ਆਨਸਰ ਹੈ। ਰਸਮੀ ਕਾਰਜ ਅਵਸਥਾ ਜਾਂ ਰਸਮੀ ਕਿਰਿਆ ਪ੍ਰਣਾਲੀ ਫਾਰਮਲ ਆਪਰੇਸ਼ਨ ਸਟੇਜ ਕਿਹੜੀ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਡੀ 12 ਤੋਂ ਜਾਂ ਕਈ ਥਾਵਾਂ 'ਤੇ 11 ਤੋਂ ਵੀ ਲਿਖਿਆ ਜੀ। 11 ਤੋਂ ਪ੍ਰੌੜ ਅਵਸਥਾ ਜਿਹੜੀ ਹੈ ਉਸਨੂੰ ਫਾਰਮਲ ਆਪਰੇਸ਼ਨ ਸਟੇਜ ਜਿਹੜਾ ਕਿਹਾ ਗਿਆ ਜੀ। ਪਿਆਜੇ ਅਨੁਸਾਰ ਕਿਸ ਅਵਸਥਾ ਵਿੱਚ ਬੱਚੇ ਵਿੱਚ ਸਧਾਰਨ ਮਾਨਸਿਕ ਕਿਰਿਆਵਾਂ ਜਿਵੇਂ ਜੋੜ ਘਟਾਓ ਗੁਣਾ ਭਾਗ ਆਦਿ ਤੋਂ ਜਾਣੂ ਹੋ ਜਾਂਦਾ ਹੈ, ਪਰ ਇਸ ਦੇ ਪਿੱਛੇ ਨਿਯਮ ਕੀ ਹੈ ਉਹ ਨਹੀਂ ਸਮਝ ਆਉਂਦੀ, ਤਾਂ ਉਹ ਹੈ ਜੀ ਬੀ ਪ੍ਰੀ ਆਪਰੇਸ਼ਨਲ ਸਟੇਜ ਜੀ। ਬੱਚੇ ਨੂੰ ਨਿਯਮਾਂ ਦਾ ਪੂਰਾ ਜਿਹੜਾ ਗਿਆਨ ਨਹੀਂ ਹੁੰਦਾ। 2 ਤੋਂ 7 ਸਾਲ ਦੀ ਉਮਰ ਦੇ ਵਿੱਚ ਜੋੜ ਘਟਾਓ ਗੁਣਾ ਭਾਗ ਕਰ ਸਕਦਾ, 2 ਜਮ੍ਹਾਂ 5 ਕਰ ਲੂਗਾ ਕਿ ਇੰਨਾ ਹੋ ਗਿਆ, ਪਰ ਜਦੋਂ ਆਪਾਂ ਉਹਨੂੰ ਕਹਾਂਗੇ 5 ਜਮ੍ਹਾਂ 2 ਦੁਬਾਰਾ ਕਹਾਂਗੇ ਤਾਂ ਫਿਰ ਜੋੜ ਕਰਕੇ ਦੇਖੂਗਾ, ਉਹਨੂੰ ਲੌਜਿਕ ਨਹੀਂ ਪਤਾ ਕੀ ਹੈ। ਸੋ ਇਹਨਾਂ ਸਟੇਜਿਸ ਦੀ ਥੋੜ੍ਹੀ ਜਿਹੀ ਆਪਾਂ ਜਾਣਕਾਰੀ ਹਾਸਲ ਕਰ ਲੈਣੇ। ਸੈਂਸਰੀ ਮੋਟਰ ਪੀਰੀਅਡ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ 4 ਪੀਰੀਅਡ ਨੇ ਜੀ, SPC ਔਰ F ਜੀ। SPCF यानी कि सेंसरी मोटर पीरियड, प्री ऑपरेशनल, कॉन्क्रीट और फॉर्मल ऑपरेशन जी। सो 4 स्टेजिज ने। पहली स्टेज सेंसरी मोटर पीरियड दी है जिहड़ी, उस दे विच बच्चा इसनूं इंद्रीजन गामक अवस्था भी कहंदे ने। बच्चा जिहड़ा है अख नक कंन हत्थ दे नाल सोचदा है जी। और दूसरी चीज़ सेंसरी मोटर पीरियड का जिहड़ा दूसरा साल है, ਪਹਿਲੇ ਸਾਲ ਦੇ ਵਿੱਚ ਨਹੀਂ, ਦੂਸਰੇ ਸਾਲ ਦੇ ਵਿੱਚ ਵਸਤੂ ਸਥਾਈਪਣ ਆਉਂਦਾ ਜੀ। ਜਿਹੜਾ ਹੈ ਪਰਮਾਨੈਂਸ ਆਉਂਦੀ ਹੈ, ਲੁਕੋਈਆਂ ਹੋਈਆਂ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਪਹਿਲੇ ਸਾਲ ਦੇ ਵਿੱਚ ਕੀ ਹੈ, ਜੋ ਚੀਜ਼ ਉਹਦੇ ਸਾਹਮਣੇ ਹੈ ਬਸ ਉਹੀ ਹੈ, ਅੱਖਾਂ ਤੋਂ ਓਹਲੇ ਹੋ ਗਈ ਚਾਹੇ ਸਾਹਮਣੇ ਹੋ ਗਈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਪਰ ਦੂਸਰੇ ਸਾਲ ਦੇ ਵਿੱਚ ਉਸਦੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਪਰਮਾਨੈਂਸ ਚਿੱਤਰ ਕਹਿ ਸਕਦੇ ਹਾਂ ਮਾਈਂਡ ਦੇ ਵਿੱਚ ਬਣ ਜਾਂਦਾ, ਜੇ ਪਰਮਾਨੈਂਟ ਹੋ ਜਾਂਦੀ ਹੈ ਵਸਤੂ, ਸਥਾਈ ਹੋ ਜਾਂਦੀ ਹੈ ਉਸਦੇ ਮਾਈਂਡ ਦੇ ਵਿੱਚ, ਔਰ ਉਸ ਨੂੰ ਲੱਭਣ ਦੀ ਉਹ ਕੋਸ਼ਿਸ਼ ਕਰਦਾ ਹੈ। ਠੀਕ ਹੈ ਜੀ। 2 ਚੀਜ਼ਾਂ ਮੇਨ ਨੇ ਸੈਂਸਰੀ ਮੋਟਰ ਪੀਰੀਅਡ ਦੇ ਵਿੱਚ। ਪ੍ਰੀ ਆਪਰੇਸ਼ਨਲ ਜਿਹੜੀ ਸਟੇਜ ਹੈ ਉਹਦੇ ਵਿੱਚ ਕੀ ਹੈ, ਈਗੋ ਸੈਂਟਰਡ ਸਪੀਚ ਹੁੰਦੀ ਹੈ ਜਿਹੜੀ ਉਸ ਦੇ ਵਿੱਚ। ਔਰ ਦੂਸਰਾ ਉਹ ਜਿਹੜਾ ਹੈ ਜੋ ਬੱਚਾ ਸੋਚਦਾ, ਜੋ ਕਿ ਮੈਂ ਮਹਿਸੂਸ ਕਰਦਾ ਮੈਂ ਦੁਖੀ ਹਾਂ, ਸਾਰੇ ਦੁਖੀ ਨੇ, ਹੈ ਨਾ, ਜੋ ਮੇਰਾ ਪਸੰਦੀਦੀ ਚੀਜ਼ ਹੈ। ਦੂਸਰੀ ਸਟੇਜ 'ਚ 2 ਤੋਂ 7 ਵਾਲੀ ਜਿਹੜੀ ਚੀਜ਼ ਸਟੇਜ ਹੈ ਕਿ ਜੋ ਮੇਰੀ ਪਸੰਦ ਹੈ ਉਹ ਸਭ ਦੀ ਪਸੰਦ ਹੈ। ਹਰ ਚੀਜ਼ ਨੂੰ ਮਤਲਬ ਆਪਣੇ ਨਾਲ ਜਿਹੜਾ ਹੈ ਜੋੜ ਕੇ ਦੇਖਦਾ। ਆਪਾਂ ਹੁਣੇ ਪਿੱਛੇ ਕਰਕੇ ਹਟੇ ਹਾਂ ਕਿ ਲੌਜਿਕ ਨਹੀਂ ਆਇਆ, ਔਰ ਨਾ ਹੀ ਇੱਕ ਹੁੰਦਾ ਪਲਟਾ ਕੇ ਚੀਜ਼ ਨੂੰ ਨਹੀਂ ਦੇਖ ਸਕਦਾ। ਯਾਨੀ ਕਿ ਜਿਵੇਂ ਆਪਾਂ ਗੱਲ ਕੀਤੀ ਸੀ ਕਿ 5 ਜਮ੍ਹਾਂ 2 ਕਰ ਲੂਗਾ 7, ਜਦੋਂ ਆਪਾਂ 2 ਜਮ੍ਹਾਂ 5 ਨੂੰ ਕਹਾਂਗੇ ਉਹਨੂੰ ਲੌਜਿਕ ਦਾ ਨਹੀਂ ਪਤਾ ਵੀ ਕੀ ਇਹਦੇ ਪਿੱਛੇ, ਉਹ ਦੁਬਾਰਾ ਜੋੜ ਕਰਕੇ ਦੇਖੂਗਾ। ਯਾਨੀ ਕਿ ਉਲਟਾਉਣ ਦੀ ਜਿੱਥੇ ਬੱਚੇ ਨੂੰ ਆਪਾਂ ਛੱਡ ਆਏ ਉੱਥੇ ਹੀ ਵਾਪਸ ਆਉਣ ਦੀ ਉਸਦੇ ਅੰਦਰ ਉਸ ਸਮੇਂ ਤੱਕ ਜਿਹੜੀ ਹੈ ਲੌਜਿਕ ਉਹ ਨਹੀਂ ਆਇਆ ਜੀ। ਸਵੈ ਕੇਂਦਰਿਤ ਹੁੰਦਾ 2 ਤੋਂ 7 ਸਾਲ ਦੀ ਉਮਰ ਦੇ ਵਿੱਚ ਜੀ। ਥੋਟ ਰਿਵਰਸ ਨਹੀਂ ਹੁੰਦਾ। ਠੀਕ ਹੈ ਜੀ। ਔਰ ਜੀਵੰਤ ਵਾਂਦ ਯਾਨੀ ਕਿ ਨਿਰਜੀਵ ਵਸਤੂਆਂ ਨੂੰ ਵੀ ਸੰਜੀਵ ਸਮਝਦਾ ਹੈ ਜੀ। 2 ਤੋਂ 7 ਸਾਲ ਦੀ ਉਮਰ ਦੇ ਵਿੱਚ ਖਿਡੌਣਿਆਂ ਨਾਲ ਗੱਲਾਂ ਕਰੀ ਜਾਣੀਆਂ ਇੱਦਾਂ ਦਾ, ਮਤਲਬ ਕਿ ਇੰਗਲਿਸ਼ 'ਚ ਬੋਲਦੇ ਆ ਅਨੈਮੀਮਿਜ਼ਮ, ਸ਼ਾਇਦ ਇੱਦਾਂ ਕੁਛ ਵਰਡ ਇਹਦੇ ਲਈ ਯੂਜ ਕੀਤਾ ਜਾਂਦਾ। ਨਿਰਜੀਵ ਚੀਜ਼ਾਂ ਨੂੰ ਵੀ ਪੰਜਾਬੀ 'ਚ ਕਹਿੰਦੇ ਜੀਵੰਤਵਾਦ ਜੀ ਸ਼ਾਇਦ, ਯਾਨੀ ਕਿ ਨਿਰਜੀਵ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਸੰਜੀਵ ਸਮਝਦਾ ਜੀ। ਅੱਗੇ ਆ ਜਾਂਦਾ ਕੰਕਰੀਟ ਆਪਰੇਸ਼ਨਲ ਜੀ। 7 ਤੋਂ 11 ਸਾਲ ਦੀ ਜਿਹੜੀ ਉਮਰ ਹੈ ਉਸ ਦੇ ਵਿੱਚ ਜਿਹਨੂੰ ਮੂਰਤ ਸੰਕਿਰਿਆਤਮਕ, ਯਾਨੀ ਕਿ ਜੋ ਚੀਜ਼ ਉਹਦੇ ਸਾਹਮਣੇ ਆ ਉਹਦੇ ਲਈ ਲੌਜਿਕ ਉਹਦੇ ਲਈ ਆ ਜਾਂਦਾ ਜੀ। ਸੋ ਜਿਹੜੀਆਂ ਚੀਜ਼ਾਂ ਦੇਖ ਸਕਦਾ, ਛੂਹ ਸਕਦਾ, ਉਹਨਾਂ ਤੋਂ ਉਹ ਜਲਦੀ ਸਿੱਖਦਾ ਹੈ ਜੀ। 7 ਤੋਂ 11 ਸਾਲ ਦਾ ਜਿਹੜਾ ਕੰਕਰੀਟ ਆਪਰੇਸ਼ਨ ਸਟੇਜ ਹੈ ਉਸ ਦੇ ਵਿੱਚ ਜੀ। ਔਰ ਰੀਜ਼ਨਿੰਗ ਵਗੈਰਾ ਆ ਗਈ, ਉਹਨੂੰ ਜੋ ਚੀਜ਼ ਉਹ ਦੇਖ ਸਕਦਾ ਹੈ ਉਹਨਾਂ ਦੇ ਲਈ ਉਹ ਤਰਕ ਲਗਾ ਸਕਦਾ ਹੈ ਜੀ। ਸੋ ਕਲਾਸੀਫਿਕੇਸ਼ਨ ਕਰ ਸਕਦਾ, ਵਰਗੀਕਰਨ ਕਰ ਸਕਦਾ ਚੀਜ਼ਾਂ ਦਾ ਅਲੱਗ-ਅਲੱਗ ਰੰਗ ਦੇ ਤੌਰ 'ਤੇ ਜਾਂ ਅਲੱਗ-ਅਲੱਗ ਸ਼ੇਪਸ ਵਗੈਰਾ ਅਲੱਗ-ਅਲੱਗ ਕਰ ਸਕਦਾ। ਛੋਟੇ ਵੱਡੇ ਦਾ ਉਹਨੂੰ ਗਿਆਨ ਜਿਹੜਾ ਉਹ ਹੋ ਜਾਂਦਾ ਜੀ। ਔਰ ਫਾਰਮਲ ਆਪਰੇਸ਼ਨ ਪੀਰੀਅਡ 12 ਤੋਂ ਉੱਪਰ ਹੈ ਜੀ। ਇਸ ਦੇ ਵਿੱਚ ਕੀ ਹੈ, ਉਸ ਦੇ ਵਿੱਚ ਅਮੂਰਤ ਯਾਨੀ ਕਿ ਅਬਸਟਰੈਕਟ ਜਿਹੜੀ ਥਿੰਕਿੰਗ ਹੈ ਉਹ ਆ ਜਾਂਦੀ ਹੈ ਜੀ। ਪਰਿਕਲਪਨਾ ਜਿਹੜੀ ਹੈ ਉਹ ਕਰ ਸਕਦਾ ਜੀ। ਜੀਨ ਪਿਆਜੇ ਦੇ ਗਿਆਨਾਤਮਕ ਵਿਕਾਸ ਦੀ ਕਿਸ ਅਵਸਥਾ ਵਿੱਚ ਬੱਚੇ ਅੱਖ ਨੱਕ ਕੰਨ ਨਾਲ ਸੋਚਦੇ ਨੇ, ਹੁਣੇ ਡਿਸਕਸ ਕੀਤਾ ਜੀ। ਸਟੇਜ ਫਸਟ ਦੇ ਵਿੱਚ ਸੈਂਸਰੀ ਮੋਟਰ ਪੀਰੀਅਡ ਫਸਟ ਸਟੇਜ। ਕੋਲਬਰਗ ਦਾ ਸਿਧਾਂਤ
ਵਿਕਾਸ ਦੇ ਕਿਹੜੇ ਪੱਖ ਨਾਲ ਸੰਬੰਧਿਤ ਹੈ ਜੀ? ਨੈਤਿਕ ਪੱਖ ਦੇ ਨਾਲ ਸੰਬੰਧਿਤ ਹੈ ਜੀ। ਆਪਸ਼ਨ ਬੀ ਮੋਰਲ ਡਿਵੈਲਪਮੈਂਟ ਦਾ ਸਿਧਾਂਤ ਦਿੱਤਾ ਹੈ ਕੋਹਲਬਰਗ ਨੇ। ਕੋਹਲਬਰਗ ਦੇ ਸਿਧਾਂਤ ਦੇ ਕਿੰਨੇ ਸਤਰ ਨਿਰਧਾਰਤ ਨੇ? ਲੈਵਲ ਕਿੰਨੇ ਨੇ ਜੀ? ਆਪਸ਼ਨ ਸੀ ਹੈ ਜੀ 3 ਲੈਵਲ ਨੇ ਔਰ 6 ਉਹਦੀਆਂ ਅੱਗੇ ਸਟੇਜਸ ਨੇ ਜੀ। ਕੋਹਲਬਰਗ ਦੇ ਸਿਧਾਂਤ ਵਿੱਚ ਕੁੱਲ ਕਿੰਨੇ ਪੜਾਅ ਨੇ ਜੀ? ਪੜਾਅ ਜੇਕਰ ਪੁੱਛੇ ਜਾਣ ਤਾਂ 6 ਨੇ ਜੀ। ਕੋਹਲਬਰਗ ਕਿਸ ਦੇਸ਼ ਦੇ ਮਨੋਵਿਗਿਆਨੀ ਸੀ? ਆਪਸ਼ਨ ਸੀ ਹੈ ਜੀ ਅਮਰੀਕਾ ਦੇ ਸੀ ਜੀ। ਨੈਤਿਕ ਦੁਬਿਧਾ ਅਤੇ ਨੈਤਿਕ ਤਰਕਣਾ ਕਿਸ ਮਨੋਵਿਗਿਆਨੀ ਨੇ ਪ੍ਰਤੀਪਾਦਨ ਕੀਤੀ ਜੀ? ਤਾਂ ਇਸ ਦੀ ਜਿਹੜੀ ਪ੍ਰਤੀਪਾਦਨਾ ਸੀ ਉਹ ਕੀਤੀ ਸੀ ਜੀ ਜਿਹੜਾ ਹੈ ਇਥੀਕਲ ਥਿੰਕਿੰਗ, ਔਰ ਇਸ ਦੀ ਆਪਸ਼ਨ ਬੀ ਜੀ ਕੋਹਲਬਰਗ ਨੇ। ਨੈਕਸਟ ਹੈ ਜੀ ਕੋਹਲਬਰਗ ਦੇ ਨੈਤਿਕ ਵਿਕਾਸ ਦੇ ਪੜਾਅ ਸੰਬੰਧਿਤ ਹਨ। ਆਪਸ਼ਨ ਸੀ ਹੈ ਜੀ ਪਿਆਜੇ ਦੇ ਨੈਤਿਕ ਵਿਕਾਸ ਦੇ ਪੜਾਅ ਨਾਲ ਜੀ। ਜੇਕਰ ਕੁਐਸਚਨ ਆਵੇ ਕਿ ਕੋਹਲਬਰਗ ਨੇ ਕਿਸ ਤੋਂ ਪ੍ਰਭਾਵਿਤ ਹੋ ਕੇ ਨੈਤਿਕ ਵਿਕਾਸ ਦਾ ਸਿਧਾਂਤ ਦਿੱਤਾ, ਤਾਂ ਪਿਆਜੇ ਤੋਂ ਪ੍ਰਭਾਵਿਤ ਹੋ ਕੇ ਦਿੱਤਾ ਸੀ। ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਗਲਤ ਹੈ? ਲੈਵਲ ਆਫ ਪ੍ਰੀ ਕਨਵੈਨਸ਼ਨਲ 4 ਤੋਂ 10 ਸਾਲ, ਲੈਵਲ ਆਫ ਕਨਵੈਨਸ਼ਨਲ 10 ਤੋਂ 13 ਸਾਲ, ਪੋਸਟ ਕਨਵੈਨਸ਼ਨਲ ਮੋਰਲਿਟੀ 13 ਤੋਂ ਉੱਪਰ ਜੀ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ। ਸੋ ਸਾਰੇ ਸਹੀ ਨੇ ਜੀ। ਜਿਹੜੇ 4 ਲੈਵਲ ਦੱਸੇ ਨੇ ਨੈਤਿਕ ਵਿਕਾਸ ਦੇ, ਜਾਂ 4 ਦੱਸੇ ਨੇ ਜੀ ਲੈਵਲ ਕੋਹਲਬਰਗ ਨੇ। ਪਹਿਲਾ ਯਾਦ ਰੱਖਣਾ ਕਿ ਸਿੰਪਲ ਹੈ ਬਿਲਕੁਲ, ਇੰਗਲਿਸ਼ 'ਚ ਯਾਦ ਰੱਖੋਗੇ ਤਾਂ ਪ੍ਰੀ ਕਨਵੈਨਸ਼ਨਲ ਜੀ 4 ਤੋਂ 10 ਸਾਲ, ਫਿਰ ਕਨਵੈਨਸ਼ਨਲ 10 ਤੋਂ 13 ਸਾਲ, ਅਤੇ ਫਿਰ ਹੈਗਾ ਪੋਸਟ ਕਨਵੈਨਸ਼ਨਲ ਜੀ ਮੋਰੈਲਿਟੀ 13 ਤੋਂ ਉੱਪਰ ਜੀ। ਅੱਗੇ ਹੈ ਜੀ ਭਾਸ਼ਾ ਹੀ ਸੰਪੂਰਨ ਵਿਕਾਸ ਦੀ ਚਾਬੀ ਹੈ ਜੀ। ਇਹ ਕਥਨ ਕਿਸ ਦਾ ਹੈ? ਆਪਸ਼ਨ ਬੀ ਹੈ ਜੀ ਵੈਗੋਸਟਕੀ ਦਾ ਜੀ, ਜਿਸ ਨੇ ਜਿਹੜਾ ਹੈ ਬੱਚੇ ਦੇ ਵਿਕਾਸ ਦਾ ਸਮਾਜਿਕ ਸੰਸਕ੍ਰਿਤ ਸਿਧਾਂਤ ਯਾਨੀ ਕਿ ਸੋਸ਼ੋ ਕਲਚਰ ਜਿਹੜਾ ਥਿਊਰੀ ਹੈ ਉਹ ਦਿੱਤੀ ਹੈ ਬੱਚੇ ਦੇ ਵਿਕਾਸ ਦੀ। ਔਰ ਵੈਗੋਸਟਕੀ ਦੇ ਸਿਧਾਂਤ ਦੇ ਅਨੁਸਾਰ ਬੱਚੇ ਦੇ ਗਿਆਨਾਤਮਕ ਵਿਕਾਸ ਦੇ ਵਿੱਚ ਸਮਾਜਿਕ ਕਾਰਕਾਂ ਯਾਨੀ ਕਿ ਸੋਸ਼ਲ ਜਿਹੜੇ ਫੈਕਟਰ ਨੇ ਔਰ ਲੈਂਗੁਏਜ ਹੈ ਉਹਦਾ ਮਹੱਤਵਪੂਰਨ ਸਿਧਾਂਤ ਹੈ। ਇਸੇ ਕਰਕੇ ਇਹਦੇ ਸਿਧਾਂਤ ਨੂੰ ਜਿਹੜਾ ਹੈ ਸਮਾਜਿਕ ਸੰਸਕ੍ਰਿਤ ਸਿਧਾਂਤ ਜਿਹੜਾ ਕਿਹਾ ਜਾਂਦਾ। ਨੈਕਸਟ ਹੈ ਜੀ ਕੁਐਸਚਨ ਨੰਬਰ 27, ਵੈਗੋਸਟਕੀ ਕਿਸ ਦੇਸ਼ ਦਾ ਮਨੋਵਿਗਿਆਨੀ ਸੀ? ਆਪਸ਼ਨ ਬੀ ਹੈ ਜੀ ਰੂਸ ਦਾ ਮਨੋਵਿਗਿਆਨੀ ਸੀ। ਵੈਗੋਸਟਕੀ ਨੇ ਸਿਧਾਂਤ ਦਿੱਤਾ, ਆਪਾਂ ਨੂੰ ਪਤਾ ਹੈ ਸਮਾਜਿਕ ਵਿਕਾਸ ਦਾ ਜਿਹੜਾ ਹੈ ਵਿਕਾਸ ਦਾ ਸਿਧਾਂਤ ਉਹ ਦਿੱਤਾ ਜੀ। ਨੈਕਸਟ ਹੈ ਜੀ ਜਿੱਥੋਂ ਤੱਕ ਬੱਚਾ ਬਿਨਾਂ ਕਿਸੇ ਮਦਦ ਦੇ ਹੀ ਆਪਣੇ ਆਪ ਹੀ ਕੋਈ ਕੰਮ ਕਰ ਸਕਦਾ ਹੈ, ਵੈਗੋਸਟਕੀ ਨੇ ਉਸ ਪੱਧਰ ਨੂੰ ਕੀ ਕਿਹਾ ਜੀ? ZPD ਯਾਨੀ ਕਿ ਜ਼ੋਨ ਆਫ, ਜਿਹਨੂੰ ਕਹਿੰਦੇ ਪ੍ਰੋਕਸੀਮਲ ਡਿਵੈਲਪਮੈਂਟ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ZPD ਜੀ। ਇਹਦੀ ਫੁੱਲ ਫਾਰਮ ਆਈ ਸੀ ਲਾਸਟ PTET ਦੇ ਵਿੱਚ, ZPD ਜੀ ਲਿਖ ਲਓ ਜੀ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਜੀ। ਔਰ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦਾ ਸੰਬੰਧ ਜੇਕਰ ਪੁੱਛਿਆ ਜਾਏ ਤਾਂ ਕਿਸ ਨਾਲ ਹੈ? ਵੈਗੋਸਟਕੀ ਦੇ ਨਾਲ ਹੈ ਜੀ। ਅੱਗੇ ਹੈ ਜੀ ਲੈਵਲ ਆਫ ਐਕਚੁਅਲ ਡਿਵੈਲਪਮੈਂਟ, ਸੀ ਹੈ ਲੈਵਲ ਆਫ ਪੋਟੈਂਸ਼ੀਅਲ ਡਿਵੈਲਪਮੈਂਟ, ਬੀ ਆਨਸਰ ਆਊਗਾ ਜੀ। ਕੁਐਸਚਨ ਕੀ ਹੈ ਆਪਣਾ? ਜਿੱਥੋਂ ਤੱਕ ਬੱਚਾ ਬਿਨਾਂ ਕਿਸੇ ਮਦਦ ਦੇ ਆਪਣੇ ਆਪ ਹੀ ਕੋਈ ਕੰਮ ਸਿੱਖ ਸਕਦਾ ਹੈ, ਤਾਂ ਉਸਨੂੰ ਜਿਹੜਾ ਹੈ ਬੀ ਆਨਸਰ ਹੈ ਜੀ ਲੈਵਲ ਆਫ ਐਕਚੁਅਲ ਡਿਵੈਲਪਮੈਂਟ, ਜਿੱਥੋਂ ਤੱਕ ਬੱਚਾ ਜਿਹੜਾ ਹੈ ਖੁਦ ਸਿੱਖਦਾ ਜੀ, ਆਪਣੇ ਆਪ ਸਿੱਖਦਾ। ਠੀਕ ਹੈ ਜੀ। ਔਰ ਲੈਵਲ ਆਫ ਪੋਟੈਂਸ਼ੀਅਲ ਡਿਵੈਲਪਮੈਂਟ ਕੀ ਹੈ? ਜਿੱਥੋਂ ਜਿਹੜਾ ਹੈ ਬੱਚਾ ਮਹੱਤਵਪੂਰਨ ਵਿਅਕਤੀਆਂ ਦੀ ਸਾਰਥੀ ਦੀ ਸਹਾਇਤਾ ਨਾਲ, ਮਤਲਬ ਕਿਸੇ ਦੂਸਰੇ ਦੀ ਸਹਾਇਤਾ ਦੇ ਨਾਲ ਸਹਾਇਤਾ ਪ੍ਰਾਪਤ ਕਰਨ ਦੇ ਲਈ ਸક્ષਮ ਹੈ ਜੀ। ਸੋ ਉਹ ਜਿਹੜਾ ਹੈ ਉਸਨੂੰ ਕਿਹਾ ਜਾਂਦਾ ਹੈ ਲੈਵਲ ਆਫ ਪੋਟੈਂਸ਼ੀਅਲ ਡਿਵੈਲਪਮੈਂਟ। ਸੋ 2 ਚੀਜ਼ਾਂ ਨੇ ਜੀ ਧਿਆਨ ਨਾਲ, ਜਿਹੜਾ ZPG ਵੀ ਆਪਾਂ ਨੂੰ ਇੱਥੇ ਸਮਝ ਆ ਜਾਏਗੀ। ਲੈਵਲ ਆਫ ਐਕਚੁਅਲ ਡਿਵੈਲਪਮੈਂਟ ਜਿੱਥੋਂ ਤੱਕ ਬੱਚਾ ਖੁਦ ਸਕਦਾ ਹੈ, ਲੈਵਲ ਆਫ ਪੋਟੈਂਸ਼ੀਅਲ ਡਿਵੈਲਪਮੈਂਟ ਜਿੱਥੋਂ ਤੱਕ ਬੱਚਾ ਜਿਹੜਾ ਕਿਸੇ ਦੀ ਸਹਾਇਤਾ ਨਾਲ ਸਿੱਖ ਸਕਦਾ। ਔਰ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਹੈਗਾ ਅੰਤਰ ਹੈ ਦੋਵਾਂ ਦੇ ਵਿੱਚ, ਐਕਚੁਅਲ ਲੈਵਲ ਆਫ ਐਕਚੁਅਲ ਡਿਵੈਲਪਮੈਂਟ ਅਤੇ ਪੋਟੈਂਸ਼ੀਅਲ ਡਿਵੈਲਪਮੈਂਟ ਵਿੱਚ, ਉਸ ਨੂੰ ZPD ਕਿਹਾ ਹੈ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਿਹਾ ਜਾਂਦਾ ਹੈ ਵੈਗੋਸਟਕੀ ਵੱਲੋਂ। ਮਾਈਂਡ ਇਨ ਸੋਸਾਇਟੀ ਲੇਖਕ ਹੈ ਜਿਸ ਦਾ ਵੈਗੋਸਟਕੀ। ਜਿੱਥੇ ਸੋਸਾਇਟੀ ਸ਼ਬਦ ਆ ਗਿਆ ਵੈਗੋਸਟਕੀ, ਜਿੱਥੇ ਮੋਰਲ ਸ਼ਬਦ ਆ ਗਿਆ ਯਾਦ ਰੱਖਣਾ ਕੋਹਲਬਰਗ, ਔਰ ਜਿੱਥੇ ਕੋਗਨੈਟਿਵ ਡਿਵੈਲਪਮੈਂਟ ਦੀ ਕੋਈ ਗੱਲ ਆਉਂਦੀ ਹੈ ਤਾਂ ਪਿਆਜੇ। ZPD ਆਪਾਂ ਕਰਕੇ ਹਟਿਆ ਹੁਣੇ, ਆਪਸ਼ਨ ਸੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ।
ਜਿਹੜਾ ਅੰਤਰ ਹੈ ਲੈਵਲ ਆਫ ਐਕਚੁਅਲ ਡਿਵੈਲਪਮੈਂਟ ਦੇ ਵਿੱਚ ਔਰ ਲੈਵਲ ਆਫ ਪੋਟੈਂਸ਼ੀਅਲ ਡਿਵੈਲਪਮੈਂਟ ਦੇ ਵਿੱਚ, ਉਸ ਨੂੰ ZPD ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਿਹਾ ਜਾਂਦਾ। ਵੈਗੋਸਟਕੀ ਅਨੁਸਾਰ ਬੱਚੇ ਸਿੱਖਦੇ ਹਨ, ਸਹੀ ਆਨਸਰ ਹੈ ਜੀ ਆਪਸ਼ਨ ਡੀ, ਵੱਡਿਆਂ ਦੇ ਨਾਲ ਇੰਟਰੈਕਸ਼ਨ ਕਰਕੇ, ਪਰਸਪਰ ਕਿਰਿਆ ਕਰਕੇ ਜੀ। ਨੈਕਸਟ ਹੈ ਜੀ ਲੀਵ ਵੈਗੋਸਟਕੀ ਦੇ ਅਨੁਸਾਰ ਸਹੀ ਆਨਸਰ ਹੈ ਜੀ ਆਪਸ਼ਨ ਏ, ਭਾਸ਼ਾ ਵਿਕਾਸ ਮਾਨਵ ਚਿੰਤਨ ਦੇ ਜਿਹੜਾ ਸੁਭਾਅ ਹੈ ਉਹਨੂੰ ਬਦਲ ਦਿੰਦਾ ਹੈ ਜੀ। ਅੱਗੇ ਹੈ ਜੀ ਸਕੈਫੋਲਡਿੰਗ ਕਿਸ ਦੇ ਸਿਧਾਂਤ ਦਾ ਇੱਕ ਭਾਗ ਹੈ? ਤਾਂ ਇਹ ਵੀ ਜਿਹੜਾ ਹੈ ਆਪਸ਼ਨ ਏ ਵੈਗੋਸਟਕੀ ਦੇ ਸਿਧਾਂਤ ਦਾ ਇੱਕ ਭਾਗ ਹੈ ਸਕੈਫੋਲਡਿੰਗ ਜੀ। ਸੋ ਇਹ ਵੀ ਜਿਹੜਾ ਹਿੱਸਾ ਹੈ ਜੀ ਜਿਹੜਾ ZPD ਦਿੱਤਾ ਉਹਦਾ ਹੀ ਹੈ ਜੀ। ਸਕੈਫੋਲਡਿੰਗ ਦਾ ਮਤਲਬ ਹੁੰਦਾ ਸਹਾਰਾ ਦੇਣਾ, ਔਰ ਇੱਥੇ ਇਹਦਾ ਮਤਲਬ ਕੀ ਹੈ ਕਿ ਬੱਚਾ ਜਦੋਂ ਕਿਸੇ ਸਮੱਸਿਆ ਦੇ ਸਮਾਧਾਨ ਦੇ ਲਈ ਕਿਸੇ ਵੱਡੇ ਸਾਥੀ ਦੇ ਮਾਰਗਦਰਸ਼ਨ ਦੇ ਵਿੱਚ ਕੋਈ ਕੰਮ ਕਰਦਾ, ਕੋਈ ਪ੍ਰਕਿਰਿਆ ਕਰਦਾ, ਤਾਂ ਉਸ ਨੂੰ ਜਿਹੜਾ ਹੈ ਸਕੈਫੋਲਡਿੰਗ ਕਿਹਾ ਜਾਂਦਾ ਹੈ। ਜਾਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਸਮੱਸਿਆ ਦੇ ਹੱਲ ਦੇ ਲਈ ਬੱਚਾ ਜਦੋਂ ਸਹਾਇਤਾ ਮਾਰਗਦਰਸ਼ਨ ਦੇ ਨਾਲ ਉਸ ਨੂੰ ਹੱਲ ਕਰਦਾ, ਤਾਂ ਉਸ ਨੂੰ ਜਿਹੜਾ ਹੈ ਸਹਾਰਾ ਦੇਣਾ ਜਾਂ ਸਕੈਫੋਲਡਿੰਗ ਕਿਹਾ ਜਾਂਦਾ। ਵੈਗੋਸਟਕੀ ਦੇ ਸਿਧਾਂਤ ਅਨੁਸਾਰ ਬੱਚੇ ਦੇ ਵਿਕਾਸ ਵਿੱਚ ਉਪੇਕਸ਼ਾ ਹੁੰਦੀ ਹੈ, ਆਪਸ਼ਨ ਡੀ ਹੈ ਜੀ, ਯਾਨੀ ਕਿ ਜੈਵਿਕ ਦੀ ਜਿਹੜਾ ਹੈ ਵੈਗੋਸਟਕੀ ਉਸ ਦੇ ਸਿਧਾਂਤ ਦੇ ਅਨੁਸਾਰ ਬੱਚਾ ਸੰਸਕ੍ਰਿਤ, ਸੱਭਿਆਚਾਰ, ਭਾਸ਼ਾ ਅਤੇ ਸਮਾਜਿਕ, ਸੋ ਇਹ ਜੁੜੇ ਹੋਏ ਨੇ ਵੈਗੋਸਟਕੀ ਦੇ ਨਾਲ, ਇਹਨਾਂ ਤੋਂ ਬੱਚੇ ਦੇ ਗਿਆਨ ਦਾ ਵਿਕਾਸ ਹੁੰਦਾ ਹੈ। ਜੈਵਿਕ ਦੀ ਉਸ ਦੇ ਵਿੱਚ ਭੂਮਿਕਾ ਨਹੀਂ ਹੈ। ਵੈਗੋਸਟਕੀ ਅਨੁਸਾਰ ਸਿੱਖਣ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਸਹੀ ਆਨਸਰ ਹੈ ਜੀ ਆਪਸ਼ਨ ਸੀ, ਉਸ ਦੇ ਸਮਾਜਿਕ ਸੰਦਰਭ ਤੋਂ, ਸੁਸਾਇਟੀ ਤੋਂ ਸਿੱਖਣ ਨੂੰ ਅਲੱਗ ਜਿਹੜਾ ਨਹੀਂ ਕੀਤਾ ਜਾ ਸਕਦਾ। ਕੋਲਬਰਗ ਅਨੁਸਾਰ ਸਹੀ ਅਤੇ ਗਲਤ ਦੇ ਪ੍ਰਸ਼ਨ ਬਾਰੇ ਨਿਰਣਾ ਲੈਣ ਵਿੱਚ ਸ਼ਾਮਲ ਚਿੰਤਨ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ, ਤਾਂ ਕਿਹਾ ਜਾਂਦਾ ਜੀ ਆਪਸ਼ਨ ਬੀ ਨੈਤਿਕ ਤਰਕਨਾ ਜੀ, ਲੌਜੀਕਲ ਥਿੰਕਿੰਗ ਆਪਾਂ ਕਹਿ ਸਕਦੇ ਹਾਂ ਜੀ। ਸੋ ਉਹਨੇ ਜਿਹੜਾ ਦਿੱਤਾ ਹੈ ਕੋਹਲਬਰਗ ਨੇ, ਆਪਾਂ ਪੜ੍ਹਿਆ ਸੀ ਹੁਣੇ, ਨੈਤਿਕ ਦੁਬਿਧਾ ਅਤੇ ਨੈਤਿਕ ਤਰਕਨਾ। ਜਦੋਂ ਦੋ ਚੋਂ ਇੱਕ ਕੋਈ ਚੰਗੀ ਚੀਜ਼ ਚੁਣਨੀ ਹੈ, ਦੋ ਨੈਤਿਕਤਾ ਦੇ ਵਿੱਚੋਂ ਇੱਕ ਚੁਣਨੀ ਹੈ, ਉਹਨੂੰ ਬੋਲਦੇ ਆ ਨੈਤਿਕ ਦੁਬਿਧਾ, ਔਰ ਉਸ ਚੁਣਨ ਦੇ ਵਿੱਚ ਜਿਹੜੀ ਤਰਕ ਲੱਗਾ, ਚਿੰਤਨ ਲੱਗਾ, ਉਹਨੂੰ ਨੈਤਿਕ ਤਰਕਨਾ ਕਿਹਾ ਜਾਂਦਾ। ਪਹਿਲਾਂ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ। ਜਦੋਂ ਵਿਅਕਤੀ ਨੂੰ ਦੋ ਜਾਂ ਦੋ ਤੋਂ ਵੱਧ ਨੈਤਿਕ ਕੰਮਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੁੰਦਾ ਤਾਂ ਉਸ ਨੂੰ ਕਿਹਾ ਜਾਂਦਾ ਨੈਤਿਕ ਦੁਬਿਧਾ ਜੀ, ਆਪਸ਼ਨ ਡੀ ਜੀ। ਅਗਲਾ ਕੁਐਸਚਨ ਹੈ ਜੀ ਦਾ ਮੋਰਲ ਜੱਜਮੈਂਟ ਆਫ ਚਾਈਲਡ। ਸੋ ਪਹਿਲਾਂ ਹੀ ਕਿਹਾ ਸੀ ਜਿੱਥੇ ਮੋਰਲ ਸ਼ਬਦ ਆ ਗਿਆ ਉਹ ਉਸ ਦੇ ਵਿੱਚ ਸ਼ਾਮਲ ਹੋਊਗਾ ਲਾਰੈਂਸ ਕੋਹਲਬਰਗ। 1932 ਦੇ ਵਿੱਚ ਉਸਨੇ ਪੁਸਤਕ ਲਿਖੀ ਸੀ ਜੀ। ਕਿਸ ਦਾ ਮਤ ਹੈ ਕਿ ਬੱਚੇ ਭਾਸ਼ਾ ਦਾ ਪ੍ਰਯੋਗ ਆਪਣੇ ਵਿਹਾਰ ਨੂੰ ਨਿਯੋਜਿਤ ਅਤੇ ਨਿਰਦੇਸ਼ਿਤ ਕਰਨ ਲਈ ਕਰਦੇ ਹਨ? ਤਾਂ ਵੈਗੋਸਟਕੀ ਦਾ ਜੀ, ਆਪਸ਼ਨ ਬੀ ਜੀ। ਸੋ ਵੈਗੋਸਟਕੀ ਨੇ ਜਿਹੜਾ ਹੈ ਗਿਆਨਾਤਮਕ ਵਿਕਾਸ ਦੇ ਵਿੱਚ ਭਾਸ਼ਾ ਅਤੇ ਚਿੰਤਨ ਦੀ ਮਹੱਤਵਪੂਰਨ ਭੂਮਿਕਾ, ਜਾਂ ਕਹਿ ਸਕਦੇ ਹਾਂ ਕਿ ਭਾਸ਼ਾ ਅਤੇ ਚਿੰਤਨ ਨੂੰ ਮਹੱਤਵਪੂਰਨ ਸਾਧਨ ਦੱਸਿਆ ਜੀ। ਔਰ ਉਹਦੇ ਅਨੁਸਾਰ ਛੋਟੇ ਬੱਚੇ ਜਿਹੜਾ ਭਾਸ਼ਾ ਦਾ ਪ੍ਰਯੋਗ ਸਿਰਫ ਸਮਾਜਿਕ ਸੰਸਾਰ, ਸੋਸ਼ਲ ਜਿਹੜੀ ਕਮਿਊਨੀਕੇਸ਼ਨ ਹੈ ਉਹਦੇ ਲਈ ਨਹੀਂ ਕਰਦੇ, ਬਲਕਿ ਉਹ ਜਿਹੜਾ ਇਸ ਦਾ ਉਪਯੋਗ ਹੈ ਵਿਵਹਾਰ ਨੂੰ ਨਿਯੋਜਿਤ ਕਰਨ ਅਤੇ ਨਿਰਦੇਸ਼ਿਤ ਕਰਨ ਦੇ ਲਈ ਵੀ ਕਰਦੇ ਨੇ। ਸੋ ਆਤਮ ਨਿਯਮਨ ਯਾਨੀ ਕਿ ਸੈਲਫ ਰੈਗੂਲੇਸ਼ਨ ਦੇ ਲਈ ਜਿਹੜਾ ਭਾਸ਼ਾ ਦਾ ਉਪਯੋਗ ਬੱਚੇ ਕਰਦੇ ਨੇ, ਔਰ ਇਸੇ ਨੂੰ ਜਿਹੜਾ ਹੈ ਆਂਤਰਿਕ ਭਾਸ਼ਾ, ਇਨਰ ਸਪੀਚ ਜਾਂ ਨਿੱਜੀ ਭਾਸ਼ਣ, ਪ੍ਰਾਈਵੇਟ ਸਪੀਚ ਵੈਗੋਸਟਕੀ ਕਹਿੰਦਾ ਹੈ ਜੀ। ਨੈਕਸਟ ਹੈ ਜੀ ਸਜ਼ਾ ਅਤੇ ਤਾਬੇਦਾਰੀ, ਪਨਿਸ਼ਮੈਂਟ ਐਂਡ ਆਰਡਰਨੈਂਸ। ਕੋਹਲਬਰਗ ਦੇ ਕਿਸ ਸਤਰ ਦੀ ਵਿਸ਼ੇਸ਼ਤਾ ਹੈ? ਪਹਿਲੇ ਸਤਰ ਦੀ ਪਹਿਲੀ ਹੀ ਵਿਸ਼ੇਸ਼ਤਾ ਹੈ ਜੀ। ਮਤਲਬ ਇੱਕ ਬੱਚਾ ਜਿਹੜਾ ਹੈ ਛੋਟਾ ਹੈ 4 ਤੋਂ 10 ਸਾਲ ਦਾ, ਉਹਨੂੰ ਨੈਤਿਕਤਾ ਦਾ ਕੁਛ ਨਹੀਂ ਪਤਾ, ਸਿਰਫ ਸਜ਼ਾ ਤੋਂ ਡਰਦਾ ਹੋਇਆ ਔਰ ਆਰਡਰ ਜਿਹੜਾ ਉਹ ਮੰਨਦਾ, ਸਜ਼ਾ ਤੋਂ ਡਰਦਾ ਹੋਇਆ ਨੈਤਿਕਤਾ ਦਾ ਪਾਲਣ ਕਰਦਾ। ਕਿਸ ਸਟੇਜ ਦੇ ਵਿੱਚ? ਫਸਟ ਸਤਰ ਦੇ ਵਿੱਚ, ਫਸਟ ਲੈਵਲ ਦੇ। ਚੰਗਾ ਮੁੰਡਾ ਚੰਗੀ ਕੁੜੀ ਦਾ ਵਿਚਾਰ ਕਿਸ ਪੱਧਰ ਦੀ ਵਿਸ਼ੇਸ਼ਤਾ ਹੈ? ਤਾਂ ਆਪਸ਼ਨ ਬੀ ਹੈ ਜੀ ਕਨਵੈਨਸ਼ਨਲ ਪੱਧਰ ਦੀ, ਰਸਮੀ ਪੱਧਰ ਦੀ। ਔਰ ਤੀਸਰੀ ਸਟੇਜ ਹੈ ਜੀ। ਇਸ ਦੇ ਵਿੱਚ ਜਿਹੜਾ ਹੈ ਬੱਚਾ ਇੱਕ ਸ਼ਾਬਾਸ਼ੀ ਲੈਣ ਦੇ ਲਈ, ਚੰਗਾ ਕਹਾਉਣ ਦੇ ਲਈ ਨੈਤਿਕਤਾ ਦਾ ਪਾਲਣ ਕਰਦਾ ਹੈ ਜੀ। ਜੇਕਰ ਪੁੱਛਿਆ ਜਾਏ ਕਿ
ਕਿਸ ਪੱਧਰ ਦੇ ਵਿੱਚ? ਲੈਵਲ ਹੈ ਜੀ ਕਨਵੈਨਸ਼ਨਲ। ਪੜਾਅ ਤੀਸਰਾ ਹੈ ਜੀ ਸਟੇਜ 3 ਦੇ ਵਿੱਚ। ਬਰੂਨਰ ਨੇ ਮਨੁੱਖੀ ਵਿਕਾਸ ਦੇ ਕਿਹੜੇ ਪੱਖ ਉੱਪਰ ਜ਼ੋਰ ਦਿੱਤਾ ਹੈ? ਤਾਂ ਆਪਸ਼ਨ ਏ ਹੈ ਜੀ ਗਿਆਨਾਤਮਕ ਕੋਗਨੇਟਿਵ ਪੱਖ ਦੇ ਉੱਤੇ ਜ਼ੋਰ ਦਿੱਤਾ ਹੈ ਜੀ। ਬਰੂਨਰ ਨੇ ਵਿਕਾਸ ਦੇ ਕਿੰਨੇ ਪੜਾਅ ਪਿਆਜੇ ਤੋਂ ਵੱਧ ਜਾਂ ਘੱਟ ਨੇ ਜੀ? ਆਪਸ਼ਨ ਏ ਹੈ ਜੀ ਇੱਕ ਘੱਟ ਹੈ ਜੀ, ਕਿਉਂਕਿ ਉਹਨੇ 4 ਸਟੇਜਿਸ ਦੱਸੀਆਂ ਨੇ। ਬਰੂਨਰ ਨੇ ਬੌਧਿਕ ਵਿਕਾਸ ਦੀਆਂ ਜਿਹੜੀਆਂ ਅਵਸਥਾਵਾਂ ਦੱਸੀਆਂ ਨੇ ਉਹ 3 ਦੱਸੀਆਂ ਨੇ ਜੀ, ਕਿਰਿਆਤਮਕ ਪ੍ਰਸਤੁਤੀਕਰਨ, ਮੂਰਤ ਪ੍ਰਸਤੁਤੀਕਰਨ ਅਤੇ ਚਿੰਨ੍ਹਾਤਮਕ ਪ੍ਰਸਤੁਤੀਕਰਨ। ਸੋ ਇਹ ਬਰੂਨਰ ਨੇ ਦੱਸੀਆਂ ਨੇ ਬੌਧਿਕ ਵਿਕਾਸ ਦੀਆਂ ਅਵਸਥਾਵਾਂ। ਬਰੂਨਰ ਦਾ ਅਧਿਆਪਨ ਸਿੱਖਣ ਪ੍ਰਕਿਰਿਆ ਦਾ ਮਾਡਲ ਕਿਹੜਾ ਹੈ ਜੀ? ਤਾਂ ਆਪਸ਼ਨ ਸੀ ਹੈ ਜੀ ਧਾਰਨਾ ਪ੍ਰਾਪਤੀ ਅਧਿਆਪਕ ਮਾਡਲ ਜੀ। ਅੱਗੇ ਹੈ ਜੀ ਬਾਲ ਕੇਂਦਰਿਤ ਸਿੱਖਿਆ ਦਾ ਕੀ ਅਰਥ ਹੈ? ਤਾਂ ਆਪਸ਼ਨ ਏ ਹੈ ਜੀ ਬੱਚੇ ਦੇ ਵਿਅਕਤੀਤਵ ਦਾ ਵਿਕਾਸ, ਡਿਵੈਲਪਮੈਂਟ। ਸੋ ਬੱਚੇ ਦੇ ਅਕੋਰਡਿੰਗ ਜਿਹੜੀ ਸਿੱਖਿਆ, ਬੱਚੇ 'ਤੇ ਕੇਂਦਰਿਤ ਸਿੱਖਿਆ, ਬੱਚੇ ਦੇ ਅਕੋਰਡਿੰਗ ਸਿੱਖਿਆ ਜੀ। ਬਾਲ ਕੇਂਦਰਿਤ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ ਜੀ? ਆਪਸ਼ਨ ਬੀ ਹੈ ਜੀ ਬੱਚੇ ਦੀਆਂ ਜ਼ਰੂਰਤਾਂ ਦੇ ਅਨੁਰੂਪ ਪੜ੍ਹਾਉਣਾ। ਸੋ ਜੋ ਬੱਚੇ ਦੀਆਂ ਲੋੜਾਂ ਨੇ ਉਸ ਦੇ ਅਨੁਸਾਰ ਪੜ੍ਹਾਉਣਾ। ਇਹ ਬਾਲ ਕੇਂਦਰਿਤ ਚਾਈਲਡ ਸੈਂਟਰ ਐਜੂਕੇਸ਼ਨ ਦਾ ਮੰਤਵ ਹੈ ਜੀ। ਇਹਨਾਂ ਵਿੱਚੋਂ ਕਿਹੜਾ ਵਿਕਲਪ ਜਿਹੜਾ ਪ੍ਰਗਤੀਸ਼ੀਲ ਪ੍ਰੋਗਰੈਸਿਵ ਐਜੂਕੇਸ਼ਨ ਦਾ ਲੱਛਣ ਹੈ ਜੀ? ਆਪਸ਼ਨ ਬੀ ਕੰਟੀਨਿਊਸ ਅਵੈਲੂਏਸ਼ਨ, ਲਗਾਤਾਰ ਮੁਲਾਂਕਣ ਜੀ। ਨੈਕਸਟ ਹੈ ਜੀ ਸਿੱਖਿਆ ਪ੍ਰਾਪਤ ਕਰਨ ਦਾ ਜ਼ਰੂਰੀ ਤੱਤ ਕਿਹੜਾ ਹੈ? ਤਾਂ ਆਪਸ਼ਨ ਸੀ ਹੈ ਜੀ ਜਗਿਆਸਾ, ਕਿਉਰਿਓਸਿਟੀ ਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ, ਤਾਂ ਹੀ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ। ਜਾਨ ਡਿਊਈ ਦੇ ਵਿਚਾਰ ਅਨੁਸਾਰ ਸਿੱਖਿਆ ਕੀ ਹੈ? ਤਾਂ ਆਨਸਰ ਹੈ ਜੀ ਆਪਸ਼ਨ ਡੀ ਸਿੱਖਿਆ ਹੀ ਜ਼ਿੰਦਗੀ ਹੈ, ਜੌਹਨ ਡਿਊਈ ਦੇ ਅਨੁਸਾਰ। ਅੱਗੇ ਹੈ ਜੀ ਮੁੱਢਲੀ ਬਾਲ ਅਵਸਥਾ ਸਮੇਂ ਪੜ੍ਹਾਈ ਸ਼ੁਰੂ ਕਰਵਾਉਣੀ ਹੋਵੇ ਤਾਂ ਕਿਤਾਬਾਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ? ਆਪਸ਼ਨ ਬੀ ਹੈ ਜੀ ਮੋਟੇ ਅੱਖਰਾਂ ਵਾਲੀਆਂ। ਨੈਕਸਟ ਹੈ ਜੀ ਕਿਸ ਦੇ ਅਨੁਸਾਰ ਸਿੱਖਿਆ 3 ਧਰੂਵੀ ਪ੍ਰਣਾਲੀ ਹੈ? ਤਾਂ ਆਪਸ਼ਨ ਸੀ ਹੈ ਜੀ ਜੌਹਨ ਡੀਵੀ ਦੇ ਅਨੁਸਾਰ ਜੀ। ਬਾਲ ਕੇਂਦਰਿਤ ਸਿੱਖਿਆ ਵਿੱਚ ਕਿਸ ਲਈ ਪਾਠਕ੍ਰਮ ਅਲੱਗ ਤੋਂ ਦੇਣ ਦਾ ਯਤਨ ਕੀਤਾ ਗਿਆ ਹੈ? ਆਪਸ਼ਨ ਡੀ ਹੈ ਜੀ ਉਪਰੋਕਤ ਸਾਰਿਆਂ ਲਈ। ਹਰੇਕ ਬੱਚੇ ਲਈ ਜਿਹੜੀ ਚਾਈਲਡ ਸੈਂਟਰ ਐਜੂਕੇਸ਼ਨ ਹੈ ਬੱਚੇ ਦੀਆਂ ਲੋੜਾਂ ਮੁਤਾਬਕ ਹੁੰਦੀ ਹੈ। ਮੰਦਬੁੱਧੀ ਲਈ ਅਲੱਗ, ਪਿਛੜੇ ਲਈ ਅਲੱਗ, ਔਰ ਜਿਹੜੇ ਪ੍ਰਤਿਭਾਸ਼ਾਲੀ ਬੱਚੇ ਨੇ ਉਹਨਾਂ ਦੇ ਲਈ ਅਲੱਗ ਪਾਠਕ੍ਰਮ ਕਰਿਕੂਲਮ ਜਿਹੜਾ ਹੈ ਬਣਾਉਣ ਦਾ ਯਤਨ ਕੀਤਾ ਜਾਂਦਾ। ਨੈਕਸਟ ਹੈ ਜੀ ਕਿਸ ਪ੍ਰਕਾਰ ਦੀ ਸਿੱਖਿਆ ਅਨੁਸਾਰ ਬੱਚੇ ਆਪਣੇ ਆਪ ਸਿੱਖਦੇ ਹਨ ਅਤੇ ਅਧਿਆਪਕ ਕੇਵਲ ਸਿੱਖਣ ਦੀ ਪ੍ਰਕਿਰਿਆ ਦੱਸਦੇ ਹਨ? ਆਪਸ਼ਨ ਬੀ ਹੈ ਜੀ ਮੌਂਟੇਸਰੀ ਵਿਧੀ, ਜੋ ਕਿ ਮੌਂਟੇਸਰੀ ਨੇ ਸ਼ੁਰੂ ਕੀਤੀ ਸੀ ਜੀ। ਨੈਕਸਟ ਹੈ ਸਰਵ ਸਿੱਖਿਆ ਅਭਿਆਨ ਆਰੰਭ ਕੀਤਾ ਗਿਆ। ਸੋ ਇਸ ਦਾ ਵੀ ਸੰਬੰਧ ਜਿਹੜਾ ਹੈ ਸਰਵ ਸਿੱਖਿਆ ਅਭਿਆਨ ਦਾ ਮਤਲਬ ਸਾਰਿਆਂ ਦੇ ਲਈ ਸਿੱਖਿਆ। ਸੋ ਇਸ ਦਾ ਵੀ ਜਿਹੜਾ ਸੰਬੰਧ ਹੈ ਉਹ ਪ੍ਰੋਗਰੈਸਿਵ ਅਤੇ ਆਪਾਂ ਕਹਿ ਸਕਦੇ ਹਾਂ ਕਿ ਇਨਕਲੂਸਿਵ ਜਿਹੜੀ ਐਜੂਕੇਸ਼ਨ ਹੈ ਚਾਈਲਡ ਸੈਂਟਰ ਐਜੂਕੇਸ਼ਨ ਹੈ ਉਸ ਦੇ ਨਾਲ ਹੈ। ਸੋ ਇਹਦੇ ਨਾਲ ਰਿਲੇਟਡ ਕੁਐਸਚਨ ਵੀ ਹੋਣੇ ਚਾਹੀਦੇ ਨੇ। 2002-01 ਦੇ ਵਿੱਚ ਜਿਹੜੇ ਹੈ SSA ਸਰਵ ਸਿੱਖਿਆ ਅਭਿਆਨ ਜਿਹੜਾ ਆਰੰਭ ਕੀਤਾ ਗਿਆ ਜੀ। ਨੈਕਸਟ ਹੈ ਜੀ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਆਪਸ਼ਨ ਸੀ ਹੈ ਜੀ 2004 ਦੇ ਵਿੱਚ। ਸਰਵ ਸਿੱਖਿਆ ਅਭਿਆਨ ਤਹਿਤ ਕਿਸ ਸਾਲ ਤੱਕ 5 ਸਾਲ ਦੀ ਉਮਰ ਦੇ ਬੱਚਿਆਂ ਦੀ ਪ੍ਰਾਥਮਿਕ ਸਿੱਖਿਆ ਪੂਰੀ ਕਰਵਾਉਣੀ ਦਾ ਟੀਚਾ ਮਿਥਿਆ ਜੀ? ਆਪਸ਼ਨ ਸੀ ਹੈ ਜੀ 2007 ਤੱਕ ਜੀ। ਨੈਕਸਟ ਹੈ ਜੀ ਮਿਡ ਡੇ ਮੀਲ ਸਕੀਮ ਸ਼ੁਰੂ ਕੀਤੀ ਗਈ। ਆਪਸ਼ਨ ਬੀ ਹੈ ਜੀ 1995 ਦੇ ਵਿੱਚ 15 ਅਗਸਤ ਨੂੰ ਜੀ। 20 ਨੰਬਰ ਕੁਐਸਚਨ ਹੈ ਸਿੱਖਿਆ ਦੇ ਐਕਟ ਪੂਰੇ ਦੇਸ਼ ਵਿੱਚ ਕਦੋਂ ਲਾਗੂ ਕੀਤਾ ਗਿਆ ਜੀ? ਆਪਸ਼ਨ ਡੀ ਹੈ ਜੀ 1 ਅਪ੍ਰੈਲ 2010 ਨੂੰ ਲਾਗੂ ਕੀਤਾ ਗਿਆ, ਰਾਈਟ ਟੂ ਐਜੂਕੇਸ਼ਨ ਐਕਟ ਜੀ। ਸੋ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ, ਜਿਸ ਦੇ ਵਿੱਚ ਆਪਾਂ ਕਾਫੀ ਟੌਪਿਕ ਕੀਤੇ ਜੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ ਹੈ ਸਿੱਖਣਾ ਕੀ ਹੈ ਉਸ ਦੇ ਨਾਲ ਰਿਲੇਟਡ ਔਰ ਹੋਰ ਜਿਹੜੇ ਆਪਣੇ ਟੌਪਿਕ ਰਹਿੰਦੇ ਨੇ ਕੋਗਨੇਟਿਵ ਐਂਡ ਸੀਗਾ ਭਾਸ਼ਾ ਦਾ ਵਿਕਾਸ ਵਗੈਰਾ। ਸੋ ਕਾਫੀ ਟੌਪਿਕ ਜਿਹੜੇ ਰਹਿੰਦੇ ਨੇ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗਾ ਜੀ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਕਮੈਂਟ ਜ਼ਰੂਰ ਕਰਦਿਆ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਕਰਨਾ ਵੀ ਨਾ ਭੁੱਲਣਾ ਜੀ। ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।